Hello, good morning students. ਅੱਜ ਅਸੀਂ ਕਰਾਂਗੇ ਪੰਜਾਬੀ 302 ਇਲੈਕਟਿਵ ਪੰਜਾਬੀ। ਇਹਦੇ ਟੌਪਿਕ ਹੈਗੇ ਨੇ ਕੰਟੈਂਟਸ। ਪੰਜਾਬੀ ਆਧੁਨਿਕ ਪੰਜਾਬੀ ਕਵਿਤਾ ਸਰੂਪ ਅਤੇ ਸਿਧਾਂਤਕ ਪਰਿਪੇਖ। ਆਧੁਨਿਕ ਪੰਜਾਬੀ ਕਵਿਤਾ ਦੀਆਂ ਪ੍ਰਮੁੱਖ ਪ੍ਰਵਿਰਤੀਆਂ। ਭਾਈ ਵੀਰ ਸਿੰਘ ਜੀ ਦਾ ਜੀਵਨ ਰਚਨਾ ਪੰਜਾਬੀ ਕਵਿਤਾ ਨੂੰ ਦੇਣ ਕਿ ਉਹਨਾਂ ਨੇ ਕਿਹੜੀਆਂ ਕਵਿਤਾਵਾਂ ਲਿਖੀਆਂ ਅਤੇ ਕਾਵ ਟਕਸਾਲ ਕਾਵ ਸੰਗ੍ਰਹਿ ਵਿੱਚ ਦਰਜ ਕਵਿਤਾਵਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਤੇ ਸਾਰ। ਨੰਬਰ 4 ਧਨੀ ਰਾਮ ਚਾਤ੍ਰਿਕ ਦਾ ਜੀਵਨ ਰਚਨਾ ਪੰਜਾਬੀ ਕਵਿਤਾ ਨੂੰ ਦੇਣ ਅਤੇ ਕਾਵ ਟਕਸਾਲ ਕਾਵ ਸੰਗ੍ਰਹਿ ਵਿੱਚ ਦਰਜ ਕਵਿਤਾਵਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਤੇ ਸਾਰ। ਨੰਬਰ 5 ਪ੍ਰੋਫੈਸਰ ਪੂਰਨ ਸਿੰਘ ਦਾ ਜੀਵਨ ਰਚਨਾ ਪੰਜਾਬੀ ਕਵਿਤਾ ਨੂੰ ਦੇਣ ਅਤੇ ਕਾਵ ਟਕਸਾਲ ਕਾਵ ਸੰਗ੍ਰਹਿ ਵਿੱਚ ਦਰਜ ਕਵਿਤਾਵਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਤੇ ਸਾਰ। ਨੰਬਰ 6 ਪ੍ਰੋਫੈਸਰ ਮੋਹਨ ਸਿੰਘ ਦਾ ਜੀਵਨ ਰਚਨਾ ਪੰਜਾਬੀ ਕਵਿਤਾ ਨੂੰ ਦੇਣ ਅਤੇ ਕਾਵ ਟਕਸਾਲ ਕਾਵ ਸੰਗ੍ਰਹਿ ਵਿੱਚ ਦਰਜ ਕਵਿਤਾਵਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਤੇ ਸਾਰ। ਨੰਬਰ 7 ਪ੍ਰਿੰਸੀਪਲ ਤਖਤ ਸਿੰਘ ਜੀ ਦਾ ਜੀਵਨ ਰਚਨਾ ਪੰਜਾਬੀ ਕਵਿਤਾ ਨੂੰ ਦੇਣ ਅਤੇ ਕਾਵ ਟਕਸਾਲ ਕਾਵ ਸੰਗ੍ਰਹਿ ਵਿੱਚ ਦਰਜ ਕਵਿਤਾਵਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਤੇ ਸਾਰ। ਨੰਬਰ 8 ਅੰਮ੍ਰਿਤਾ ਪ੍ਰੀਤਮ ਦਾ ਜੀਵਨ ਰਚਨਾ ਪੰਜਾਬੀ ਕਵਿਤਾ ਨੂੰ ਦੇਣ ਕਾਵ ਟਕਸਾਲ ਕਾਵ ਸੰਗ੍ਰਹਿ ਵਿੱਚ ਦਰਜ ਕਵਿਤਾਵਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਤੇ ਸਾਰ। ਨੰਬਰ 9 ਡਾਕਟਰ ਹਰਭਜਨ ਸਿੰਘ ਦਾ ਜੀਵਨ ਰਚਨਾ ਪੰਜਾਬੀ ਕਵਿਤਾ ਨੂੰ ਦੇਣ ਅਤੇ ਕਾਵ ਟਕਸਾਲ ਕਾਵ ਸੰਗ੍ਰਹਿ ਵਿੱਚ ਦਰਜ ਕਵਿਤਾਵਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਅਤੇ ਸਾਰ। ਨੰਬਰ 10 ਸ਼ਿਵ ਕੁਮਾਰ ਦਾ ਜੀਵਨ ਰਚਨਾ ਪੰਜਾਬੀ ਕਵਿਤਾ ਨੂੰ ਦੇਣ ਅਤੇ ਕਾਵ ਟਕਸਾਲ ਕਾਵ ਸੰਗ੍ਰਹਿ ਵਿੱਚ ਦਰਜ ਕਵਿਤਾਵਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਤੇ ਸਾਰ। ਸਭ ਤੋਂ ਪਹਿਲੇ ਅਸੀਂ ਕਰਾਂਗੇ ਆਧੁਨਿਕ ਪੰਜਾਬੀ ਕਵਿਤਾ ਔਰ ਸਿਧਾਂਤਕ ਪਰਿਪੇਖ। ਸਭ ਤੋਂ ਪਹਿਲਾਂ ਅਸੀਂ ਇਹਦਾ ਕੁਐਸਚਨ ਆਉਂਦਾ ਹੁੰਦਾ ਹੈ ਕਿ ਆਧੁਨਿਕ ਕਵਿਤਾ ਦੀ ਉਤਪਤੀ ਤੇ ਵਿਕਾਸ ਕਿਵੇਂ ਹੋਇਆ। ਇੱਕ ਇਤਿਹਾਸਕ ਸਰਵੇਖਣ ਪਰਿਭਾਸ਼ਾ ਕਹਿੰਦਾ ਕਿ ਜਿਹੜੀ ਪੰਜਾਬੀ ਕਵਿਤਾ ਦੀ ਇੱਕ ਬੜੀ ਮਹੱਤਵਪੂਰਨ ਤੇ ਗੌਰਵਸ਼ਾਲੀ ਅਮੀਰ ਪਰੰਪਰਾ ਜਿਹੜੀਆਂ ਪੰਜਾਬੀ ਕਵਿਤਾਵਾਂ ਨਾ ਇਹ ਬਹੁਤ ਹੀ ਆਪਣੇ ਆਪ 'ਚ ਮਹੱਤਵਪੂਰਨ ਤੇ ਅਮੀਰ ਨੇ, ਯਾਨੀ ਕਿ ਸ਼ੁਰੂ ਤੋਂ ਹੀ ਆਦਿ ਕਾਲ ਤੋਂ ਹੀ ਇਹ ਲਿਖੀਆਂ ਜਾਣ ਲੱਗ ਗਈਆਂ। ਕਹਿੰਦਾ ਨਾਥਾਂ ਜੋਗੀਆਂ ਦੀ ਇਹ ਕਵਿਤਾ ਸੂਫੀ ਕਾਵ ਪਰੰਪਰਾ ਸਭ ਤੋਂ ਪਹਿਲੋਂ ਜਿਹੜਾ ਕਵਿਤਾਵਾਂ ਦਾ ਯੁੱਗ ਹੈ ਨਾ ਨਾਥਾਂ ਜੋਗੀਆਂ ਦੇ ਯੁੱਗ ਨੂੰ ਮੰਨਿਆ ਗਿਆ ਹੈ। ਉਸ ਤੋਂ ਬਾਅਦ ਸੂਫੀ ਕਾਵ, ਉਸ ਤੋਂ ਬਾਅਦ ਗੁਰਮਤ ਕਾਵ, ਫਿਰ ਵੀਰ ਕਾਵ ਪਰੰਪਰਾ ਅਤੇ ਕਿੱਸਾ ਕਾਵ ਪਰੰਪਰਾ ਜੋ ਕਿ ਆਧੁਨਿਕ ਕਵਿਤਾ ਦੇ ਜਨਮ ਅਤੇ ਵਿਕਾਸ ਦੇ ਪਿਛੋਕੜ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਯਾਨੀ ਕਿ ਜਿਹੜੀਆਂ ਕਵਿਤਾਵਾਂ ਨੇ ਉਹ ਨਾਥਾਂ ਜੋਗੀਆਂ ਤੋਂ ਸ਼ੁਰੂ ਹੋ ਕੇ ਤੇ ਅਜੋਕੀ ਆਧੁਨਿਕ ਕਵਿਤਾ ਦੇ ਨਾਂ ਤੱਕ ਚੱਲਦੀਆਂ ਪਈਆਂ। ਕਹਿੰਦਾ ਜਿਹੜਾ ਗੁਰਮਤ ਕਾਵ ਪਰੰਪਰਾ ਹੈ ਉਹਨੇ ਬੁਨਿਆਦੀ ਤੌਰ ਤੇ ਅਤੇ ਸੂਫੀ ਕਾਵ ਪਰੰਪਰਾ ਨੇ ਸਹਾਇਕ ਧਾਰਾ ਦੇ ਤੌਰ ਤੇ ਇਸ ਸਾਂਝੇ ਪੰਜਾਬੀ ਸੱਭਿਆਚਾਰ ਦਾ ਨਿਰਮਾਣ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਉਹਨਾਂ ਦਾ ਕਹਿਣ ਦਾ ਭਾਵ ਕਿ ਗੁਰਮਤ ਕਾਵ ਨੇ ਇਹਦਾ ਬੇਸ ਬੰਨਿਆ ਔਰ ਉਸ ਤੋਂ ਬਾਅਦ ਜਿਹੜੇ ਸੂਫੀ ਕਵੀ ਸੀ ਉਹਨਾਂ ਨੇ ਇਹਨੂੰ ਇਹਦੇ ਸਹਾਇਕ ਨੇ। 1839 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਅਤੇ 1849 ਈਸਵੀ ਵਿੱਚ ਅੰਗਰੇਜ਼ਾਂ ਦੇ ਪੰਜਾਬ ਉੱਪਰ ਕਬਜ਼ਾ ਕਰ ਲੈਣ ਤੋਂ ਬਾਅਦ ਇੱਕ ਨਵੇਂ ਦੌਰ ਦਾ ਆਰੰਭ ਹੋਇਆ, ਯਾਨੀ ਕਿ ਆਧੁਨਿਕ ਕਾਲ ਸ਼ੁਰੂ ਹੋਇਆ। ਇਸ ਦੌਰ ਵਿੱਚ ਉਦਯੋਗੀਕਰਨ ਦੇ ਕਾਰਨ ਸ਼ਹਿਰੀਕਰਨ ਹੋਇਆ ਅਤੇ ਵਿੱਦਿਆ ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਪ੍ਰਸਾਰ ਨਵੇਂ ਕਿਸਮ ਦੇ ਪੈਰ ਜਮਾਉਣ ਸ਼ੁਰੂ ਕਰ ਦਿੱਤੇ। ਪੰਜਾਬੀ ਕਾਵਿ ਦਾ ਪਹਿਲਾ ਦੌਰ ਯਾਨੀ ਕਿ ਇਤਿਹਾਸ ਕਿਸ ਤਰ੍ਹਾਂ ਵਾ, ਪਹਿਲਾ ਦੌਰ, ਫਿਰ ਉਹਦਾ ਆਉਣਾ ਵਾ ਦੂਸਰਾ ਦੌਰ। ਪਹਿਲੇ ਦੌਰ ਵਿੱਚ ਕਹਿੰਦਾ ਕਿ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਭਾਈ ਵੀਰ ਸਿੰਘ ਜੀ ਨੇ ਪੰਜਾਬੀ ਕਵਿਤਾ ਦੇ ਵਿਸ਼ਿਆਂ ਵਿੱਚ ਨਵੀਨਤਾ ਲਿਆਂਦੀ, ਯਾਨੀ ਕਿ ਪਹਿਲੋਂ ਜਿਹੜੀਆਂ ਕਵਿਤਾਵਾਂ ਸੀ ਉਹ ਪੁਰਾਣੇ ਢੰਗ ਦੀਆਂ ਸੀ ਤੇ ਜਿਹੜੇ ਭਾਈ ਵੀਰ ਸਿੰਘ ਸੀ ਆਧੁਨਿਕ ਕਵੀ ਮੰਨਿਆ ਗਿਆ ਇਹਨਾਂ ਨੂੰ।
ਔਰ ਇਹਨਾਂ ਨੇ ਜਿਹੜੀ ਕਵਿਤਾ ਦੇ ਜਿਹੜੇ ਵਿਸ਼ੇ ਸੀ ਉਹਨਾਂ ਵਿੱਚ ਨਵਾਂਪਨ ਲਿਆਂਦਾ। ਉਸ ਸਮੇਂ ਦੇ ਪ੍ਰਚਲਿਤ ਇਸ਼ਕੀਆਂ ਕਿਸਮ ਦੇ ਕਿੱਸਿਆਂ ਨੂੰ ਛੱਡ ਕੇ, ਕਿਉਂਕਿ ਪੁਰਾਣੇ ਸਮੇਂ ਦਾ ਜਿੰਨਾ ਸਾਹਿਤ ਆ ਨਾ ਕਵਿਤਾਵਾਂ ਦੇ ਵਿੱਚ ਸਾਰਾ ਇਸ਼ਕ ਬਾਰੇ ਹੀ ਦੱਸਿਆ, ਪਰ ਕਿ ਆਦਮੀ ਦਾ ਪਰਮਾਤਮਾ ਨਾਲ ਇਸ਼ਕ, ਹਕੀਕੀ ਇਸ਼ਕ ਔਰ ਮਿਜਾਜੀ ਇਸ਼ਕ ਦੱਸਿਆ, ਜਿਹਦੇ ਵਿੱਚ ਉਹਨਾਂ ਸੱਸੀ ਪੁੰਨੂ ਹੀਰ ਰਾਂਝਾ ਇਸ ਤਰ੍ਹਾਂ ਦੀਆਂ ਚੀਜ਼ਾਂ ਲਿਖੀਆਂ। ਬਟ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਭਾਈ ਵੀਰ ਸਿੰਘ ਨੇ ਇੱਕ ਵਿਅਕਤੀਗਤ ਅਨੁਭਵ, ਕਿ ਉਹ ਆਪਣੇ ਜਿਹੜਾ ਐਕਸਪੀਰੀਅੰਸ ਸੀ ਸਦਾਚਾਰ, ਧਾਰਮਿਕ, ਦਾਰਸ਼ਨਿਕ ਅਤੇ ਗੰਭੀਰ ਅਧਿਆਤਮਕ ਵਿਸ਼ਿਆਂ ਬਾਰੇ ਉੱਤਮ ਕਿਸਮ ਦੀ ਕਵਿਤਾ ਲਿਖੀ। ਕਹਿੰਦਾ ਇਹਨਾਂ ਨੇ ਕੇਵਲ ਨਿੱਕੀ ਕਵਿਤਾ ਹੀ ਨਹੀਂ ਸਗੋਂ ਆਪਣੇ ਮਹਾਕਾਵ ਵੀ ਲਿਖਿਆ। ਮਹਾਕਾਵ ਹੁੰਦਾ ਬਹੁਤ ਲੰਬੀਆਂ ਕਵਿਤਾਵਾਂ ਜਿਹੜੀਆਂ ਹੁੰਦੀਆਂ, ਜਿਹਦੇ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਹੁੰਦੀਆਂ, ਨਾਵਲ, ਨਾਟਕ ਅਤੇ ਜੀਵਨ ਸਾਹਿਤ ਰਚਨਾ ਵਿੱਚ ਪਹਿਲ ਕੀਤੀ। ਜਾਣੀ ਕਿ ਸਾਹਿਤ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਆਹ ਸਾਰੀਆਂ ਚੀਜ਼ਾਂ ਲਿਖੀਆਂ। ਕੇਵਲ ਇਸ ਵਿਸ਼ੇ ਪੱਖੋਂ ਹੀ ਨਹੀਂ ਸਗੋਂ ਆਪਣੇ ਰੂਪ ਪੱਖੋਂ ਵੀ ਨਵੇਂ ਤਜਰਬੇ ਕੀਤੇ। ਲੋਕਪ੍ਰਿਯ ਭਾਰਤੀ ਛੰਦ, ਦੋਹਰਾ, ਸੋਰਠਾ, ਰੌਲਾ, ਚੌਪਈ, ਸਿਰਖੰਡੀ ਦੀ ਵਰਤੋਂ ਕੀਤੀ। ਭਾਈ ਵੀਰ ਸਿੰਘ ਦਾ ਕਾਵ ਫਲਸਫਾ ਜਾਂ ਜੀਵਨ ਫਲਸਫਾ ਉਹੀ ਹੈ ਜਿਸ ਨੂੰ 10 ਗੁਰੂ ਸਾਹਿਬਾਨ ਨੇ ਅਮਲੀ ਰੂਪ ਵਿੱਚ ਪ੍ਰਚਾਰਿਆ ਸੀ। ਨੈਕਸਟ ਆ ਜਾਓ, ਦੂਸਰਾ ਕਵੀ ਕੌਣ ਸੀਗਾ ਇਸ ਕਾਲ ਦਾ? ਕਿਰਪਾ ਸਾਗਰ। ਇਹਦਾ ਜਨਮ ਜਿਹੜਾ ਸੀਗਾ ਉਹ 1875 ਈਸਵੀ ਨੂੰ ਹੋਇਆ ਤੇ ਮੌਤ ਜਿਹੜੀ ਸੀ 1939 ਨੂੰ ਹੋਈ। ਕਿਰਪਾ ਸਾਗਰ ਇੱਕ ਗੀਤ ਸੰਗ੍ਰਹਿ ਮਨ ਤਰੰਗ ਅਤੇ ਇੱਕ ਮਹਾਕਾਵਿ ਲక్ష్ਮੀ ਦੇਵੀ ਦੀ ਆਧੁਨਿਕ ਕਾਲ ਦੀ ਵਿਸ਼ੇਸ਼ ਪ੍ਰਾਪਤੀ ਹੈ। ਜਾਣੀ ਕਿ ਜੇਕਰ ਤੁਹਾਨੂੰ ਕੁਐਸਚਨ ਛੋਟਾ ਆ ਜਾਂਦਾ ਨਾ ਕਿ ਮਨ ਤਰੰਗ ਜਿਹੜਾ ਸੰਗ੍ਰਹਿ ਕਿੰਨੇ ਲਿਖਿਆ, ਤੇ ਤੁਸੀਂ ਫਿਰ ਲਿਖਣਾ ਵਾ ਕਿ ਕਿਰਪਾ ਸਾਗਰ, ਜਾਂ ਲక్ష్ਮੀ ਦੇਵੀ ਕਿੰਨੇ ਲਿਖੀ ਤੇ ਕਿਰਪਾ ਸਾਗਰ ਆਪਾਂ ਬੋਲਾਂਗੇ। ਜਾਂ ਇੰਝ ਵੀ ਕੁਐਸਚਨ ਆ ਜਾਂਦਾ ਕਿ ਕਿਰਪਾ ਸਾਗਰ ਨੇ ਕਿਹੜੀਆਂ ਮਹਾਕਾਵਿ ਲਿਖੇ ਜਾਂ ਗੀਤ ਸੰਗ੍ਰਹਿ ਉਹਦਾ ਕਿਹੜਾ ਵਾ। ਕਹਿੰਦਾ ਕਿ ਇਹ ਮਹਾਕਾਵਿ ਵਾਲਟਰ ਸਕੌਟ ਦੇ ਮਹਾਕਾਵਿ ਲੇਡੀ ਆਫ ਦੀ ਲੇਕ ਤੇ ਆਧਾਰਿਤ ਹੈ। ਵਿਸ਼ਾਲ ਕਲਪਨਾ, ਸ਼ਿੰਗਾਰ ਰਸ ਅਤੇ ਸ਼ਾਂਤ ਰਸ ਆਦਿ ਗੁਣਾ ਕਰਕੇ ਇਹ ਰਚਨਾ ਸਾਹਿਤਿਕ ਦ੍ਰਿਸ਼ਟੀ ਤੋਂ ਪ੍ਰਮਾਣਿਕ ਮੰਨੀ ਜਾਂਦੀ ਹੈ। ਇਹ ਦੋਹਰੇ ਛੰਦ ਵਿੱਚ ਲਿਖੀ ਹੋਈ ਹੈ। ਤੀਸਰਾ ਹੈਗਾ ਧਨੀ ਰਾਮ ਚਾਤ੍ਰਿਕ। ਧਨੀ ਰਾਮ ਚਾਤ੍ਰਿਕ ਤੇ ਮੈਂ ਵੀ ਬਹੁਤ ਉਹਦਾ ਨਾਮ ਸੁਣਿਆ ਨਾ, ਬਾਕੀ ਤੇ ਚਲੋ ਭਾਈ ਵੀਰ ਸਿੰਘ ਦਾ ਪਤਾ ਸੀ, ਕਿਰਪਾ ਸਾਗਰ ਬਾਰੇ ਨਹੀਂ ਮੈਨੂੰ ਇੰਨਾ ਪਤਾ। ਕਹਿੰਦਾ ਧਨੀ ਰਾਮ ਚਾਤ੍ਰਿਕ ਜਿਹੜਾ 1876 ਈਸਵੀ ਵਿੱਚ 1854 ਈਸਵੀ ਵਿੱਚ ਉਹਦਾ ਜਨਮ ਹੋਇਆ, 1954 ਵਿੱਚ ਮੌਤ ਹੋਈ। ਧਨੀ ਰਾਮ ਚਾਤ੍ਰਿਕ ਆਧੁਨਿਕ ਕਵਿਤਾ ਦੇ ਪ੍ਰਮੁੱਖ ਕਵੀਆਂ ਵਿੱਚੋਂ ਹੈ। ਉਸ ਦੇ ਕਾਵ ਖੇਤਰ ਵਿੱਚ ਪ੍ਰਵੇਸ਼ ਕਰਨਾ ਪਹਿਲੀ ਵਾਰ ਪੰਜਾਬੀ ਕਵਿਤਾ ਵਿੱਚ ਯਥਾਰਥਿਕਤਾ ਦੇ ਅੰਸ਼ ਪ੍ਰਗਟ ਹੋਏ। ਯਥਾਰਥਿਕਤਾ ਦੀ ਅਸਲੀਅਤ, ਪੇਂਡੂ ਜੀਵਨ ਦੀ ਅਸਲੀਅਤ ਨੂੰ ਬੜੇ ਸਿੱਧੇ ਸਾਦੇ ਤੇ ਸਰਲ ਸ਼ਬਦਾਂ ਦੁਆਰਾ ਪੇਸ਼ ਕੀਤਾ ਗਿਆ। ਧਨੀ ਰਾਮ ਚਾਤ੍ਰਿਕ ਦੇ ਵਲਵਲੇ ਦੇਸ਼ ਦੀ ਕਵਿਤਾ ਨੂੰ ਧਰਤੀ ਦੀ ਛੋਹ ਦਿੱਤੀ। ਇਹ ਉਹਦੀ ਵਲਵਲੇ ਜਿਹੜੀ ਬੜੀ ਫੇਮਸ ਸੀ। ਇਹੀ ਉਸਦੀ ਪੰਜਾਬੀ ਕਵਿਤਾ ਨੂੰ ਮਹਾਨ ਦੇਣ ਹੈ। ਪੰਜਾਬ, ਪੰਜਾਬੀਅਤ, ਸਰਬ ਸਾਂਝੀਵਾਲਤਾ, ਇਤਿਹਾਸ, ਮਿਥਿਹਾਸ, ਦੇਸ਼ ਪਿਆਰ ਅਤੇ ਕੁਦਰਤ ਪਿਆਰ ਉਸਦੇ ਮਨਭਾਉਂਦੇ ਵਿਸ਼ੇ ਹਨ। ਆਪਣੀ ਇੱਕ ਕਵਿਤਾ ਪੰਜਾਬ ਵਿੱਚ ਉਸਨੇ ਪੰਜਾਬੀਅਤ ਦੀ ਸੋਭਾ ਦਰਸਾਉਣ ਵਾਲੇ ਹਰ ਅੰਗ ਅਤੇ ਪੱਖ ਨੂੰ ਬੜੇ ਖੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ। ਜਿਵੇਂ ਉਹਨੇ ਕੁਛ ਲਾਈਨਾਂ ਦਿੱਤੀਆਂ ਨੇ ਕਿ ਵਸੇ ਰਸੇ ਘਰ-ਬਾਰ ਤੇਰਾ, ਜੀਵੇ ਜਾਗੇ ਪਰਿਵਾਰ ਤੇਰਾ, ਮਸਜਿਦ ਮੰਦਰ ਦਰਬਾਰ ਤੇਰਾ, ਮੀਆਂ ਲਾਲਾ ਸਰਦਾਰ ਤੇਰਾ, ਦੁਨੀਆ ਸਾਰੀ ਵੀ ਸੋਹਣੀ ਹੈ ਪਰ ਤੇਰਾ ਰੰਗ ਨਿਆਰਾ ਹੈ, ਤੇਰੀ ਮਿੱਟੀ ਦਾ ਕੁੱਲਾ ਵੀ ਸ਼ਾਹੀ ਮਹਿਲਾਂ ਤੋਂ ਪਿਆਰਾ ਹੈ। ਨੈਕਸਟ, ਚਾਤ੍ਰਿਕ ਦੀ ਬੋਲੀ ਸਰਲ, ਸਾਦੀ ਤੇ ਠੇਠ ਕੇਂਦਰੀ ਅਤੇ ਮੁਹਾਵਰੇਦਾਰ ਪੰਜਾਬੀ ਹੈ। ਠੇਠ ਕੇਂਦਰੀ ਹੁੰਦੀ ਮਾਝੀ। ਅੱਗੇ ਆ ਗਿਆ ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਦਾ ਜਨਮ 1881 ਈਸਵੀ ਵਿੱਚ ਹੋਇਆ ਤੇ 1931 ਵਿੱਚ ਇਹਦੀ ਮੌਤ ਹੋ ਗਈ। ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਦਾ ਅਲਬੇਲਾ। ਹੁਣ ਜੇਕਰ ਕੁਐਸਚਨ ਆ ਜਾਏ ਕਿ ਪੰਜਾਬੀ ਵਿੱਚ ਅਲਬੇਲਾ ਕਵੀ ਕਿਹੜਾ ਸੀ, ਤੇ ਉਹ ਹੈਗਾ ਪ੍ਰੋਫੈਸਰ ਪੂਰਨ ਸਿੰਘ। ਅਲਬੇਲਾ ਤੇ ਖੁੱਲ੍ਹਾ ਮਾਨਣ ਦਾ ਸ਼ੌਕੀਨ ਕਵੀ ਹੈ। ਸ਼ਾਇਦ ਇਸੇ ਲਈ ਉਸਨੂੰ ਪੰਜਾਬੀ ਦੇ ਸਾਹਿਤ ਦਾ 6ਵਾਂ ਦਰਿਆ ਆਖਿਆ ਜਾਂਦਾ ਹੈ। ਹੁਣ ਇਸ ਤਰ੍ਹਾਂ ਵੀ ਕੁਐਸਚਨ ਹੁੰਦਾ ਕਿ ਪੰਜਾਬੀ ਸਾਹਿਤ ਦਾ 6ਵਾਂ ਦਰਿਆ ਕਿਸ ਨੂੰ ਕਿਹਾ ਜਾਂਦਾ, ਤੇ ਆਪਾਂ ਲਿਖਾਂਗੇ ਪ੍ਰੋਫੈਸਰ ਪੂਰਨ ਸਿੰਘ। ਕਵਿਤਾ ਉਸ ਲਈ ਇੱਕ ਆਵੇਸ਼ ਹੈ, ਇੱਕ ਹੜ ਹੈ, ਇੱਕ ਬੇਮੁਹਾਰਾ ਪ੍ਰਵਾਹ ਹੈ ਅਤੇ ਜਿਵੇਂ ਅੱਖਰਾਂ ਦੇ ਅੱਖਰ ਮੇਰੇ ਨਿੱਕੇ ਨਿੱਕੇ ਹੱਥਾਂ ਵਿੱਚ ਡਿੱਗ ਪਏ, ਮੇਰੇ ਨਿੱਕੇ ਨਿੱਕੇ ਹੱਥ ਦਾਤਾਂ ਵੱਡੀਆਂ ਝਰਾਂ ਦੇ ਝਰਾਂ ਪਏ, ਇਹ ਉਹਦੀ ਕਵਿਤਾ ਸੀਗੀ। ਔਰ
ਅੰਗਰੇਜ਼ੀ ਵਿੱਚ ਕਵੀ ਵਿਲੀਅਮ ਵਰਡਸ ਵਾਂਗ ਉਹ ਸੱਭਿਆਚਾਰ ਤੇ ਸਮਾਜ ਦੀਆਂ ਪਾਬੰਦੀਆਂ ਦਾ ਤਿਆਗ ਕਰਕੇ ਪ੍ਰਕਿਰਤੀ ਦੀ ਖੁੱਲ੍ਹ ਵਿੱਚ ਵਿਚਰਨ ਦੀ ਆਦਿ ਇੱਛਾ ਦਾ ਇਜ਼ਹਾਰ ਕਰਦਾ ਹੈ। ਨੈਕਸਟ ਆ ਗਿਆ ਤੁਹਾਡਾ ਡਾਕਟਰ ਮੋਹਨ ਸਿੰਘ ਦੀਵਾਨਾ। ਡਾਕਟਰ ਮੋਹਨ ਸਿੰਘ ਦੀਵਾਨਾ ਨੇ ਵਿਸ਼ੇਸ਼ ਪੰਜਾਬੀ ਸਾਹਿਤ ਵਿੱਚ ਅੰਗਰੇਜ਼ੀ ਵਿੱਚ ਇੱਕ ਪੁਸਤਕ ਲਿਖੀ ਆ। ਉਹਦੀਆਂ ਪੁਸਤਕਾਂ ਦਾ ਨਾਮ ਹੈਗਾ ਧੁੱਪ ਛਾਂ, ਨਿਲੰਬਰ, ਜਗਤ ਤਮਾਸ਼ਾ, ਪਤਝੜ, ਮਸਤੀ, ਸੋਮਰਸ। ਅੱਗੇ ਜਿਹੜਾ ਡਾਕਟਰ ਦੀਵਾਨਾ ਸੀਗਾ ਉਹ ਮੁੱਖ ਰੰਗ ਵਿਅੰਗ ਭਾਈ ਸੁਖਮ ਚੋਬ ਹੈ। ਉਹ ਨਿਸ਼ਚਿਆਂ ਨੂੰ ਪਰਖਣ ਵਾਲਾ ਹੈ। ਉਹ ਉਸਦੀ ਕਵਿਤਾ ਇੱਕ ਦਾ ਰੰਗ ਇਸ ਤਰ੍ਹਾਂ ਦਾ, ਕੋਈ ਕਹਿੰਦਾ ਉੱਡ ਅਸਮਾਨੀ, ਕੋਈ ਕਹਿੰਦਾ ਪੌਰੇ ਵੜ, ਕੋਈ ਕਹਿੰਦਾ ਮੋਤੀ ਲੱਭ ਤੇ ਕੋਈ ਕਹਿੰਦਾ ਚਿੜੀਆਂ ਫੜ, ਕੋਈ ਕਹਿੰਦਾ ਹੱਡ ਬਣਾ ਲੈ, ਕੋਈ ਸ਼ੰਕਾ ਲਾ ਤੜਾ ਤੜ, ਬਾਬਾ ਆਖੇ ਕੱਚਰ ਬਣ ਜਾ ਜਿੱਥੇ ਚਾਹੇ ਖਲੋ ਜਾ ਅੜ। ਇਸ ਸਮੇਂ ਪਰੰਪਰਾਵਾਦੀ ਤੇ ਸਟੇਜੀ ਕਵਿਤਾ ਲਿਖਣ ਵਾਲੇ ਕਵੀ ਵੀ ਹੋਏ। ਇਹਨਾਂ ਵਿੱਚੋਂ ਬਹੁਤ ਸਾਰੇ ਬਾਅਦ ਵਿੱਚ ਸਾਹਿਤਕ ਕਵੀ ਦੇ ਖੇਤਰ ਵਿੱਚ ਪ੍ਰਵੇਸ਼ ਕਰ ਗਏ। ਕਹਿੰਦਾ ਇਸ ਤੋਂ ਇਲਾਵਾ ਗਿਆਨੀ ਹੀਰਾ ਸਿੰਘ, ਦਰਦ ਚਰਨ ਸਿੰਘ, ਵਿਦਾਤਾ ਸਿੰਘ, ਗੁਰਮੁਖ ਸਿੰਘ ਮੁਸਾਫਰ, ਈਸ਼ਰ ਸਿੰਘ, ਇਹ ਸਾਰੇ ਆਧੁਨਿਕ ਕਵੀ ਹੈਗੇ। ਦੂਸਰੇ ਦੌਰ ਜਿਹੜਾ ਸੀ ਪ੍ਰਗਤੀਵਾਦੀ ਸੀਗਾ, ਜਾਣੀ ਕਿ ਵਿਕਾਸਵਾਦੀ ਦੌਰ ਸੀਗਾ। ਇਹਦੇ ਵਿੱਚ ਕਵਿਤਾਵਾਂ ਦਾ ਕਾਫੀ ਵਿਕਾਸ ਹੋਇਆ। ਨਿੱਜੀ ਪਿਆਰ, ਦੇਸ਼ ਭਗਤੀ ਤੇ ਪ੍ਰਗਤੀਵਾਦੀ ਵਿਚਾਰਾਂ ਨੂੰ ਪੇਸ਼ ਕੀਤਾ ਗਿਆ। ਕਹਿੰਦਾ ਇਹਦੇ ਵਿੱਚ ਸਮਾਜਿਕ ਮਜਬੂਰੀਆਂ ਅਧੀਨ ਵਿੱਚ ਵਿਚਰ ਰਹੇ ਲੋਕਾਂ ਬਾਰੇ ਲਿਖਿਆ ਗਿਆ। ਇਸ ਕਾਲ ਦੇ ਕਵੀ ਇੱਕ ਸਮੇਂ ਰੋਮਾਂਟਿਕ ਵੀ ਹੋ ਜਾਂਦੇ, ਦੂਜੇ ਪਾਸੇ ਦੇਸ਼ ਭਗਤ ਵੀ ਹੋ ਜਾਂਦੇ, ਤੀਜੇ ਪਾਸੇ ਕ੍ਰਾਂਤੀਕਾਰੀ ਵੀ ਹੋ ਜਾਂਦੇ ਨੇ। ਔਰ 1913 ਵਿੱਚ 14 ਵਿੱਚ ਅਮਰੀਕਾ ਵਿੱਚ ਬਣੀ ਗਦਰ ਪਾਰਟੀ ਨੇ ਪੰਜਾਬੀ ਵਿੱਚ ਗਦਰ ਗੂੰਜ ਨਾਂ ਦਾ ਅਖਬਾਰ ਕੱਢਿਆ। ਸਭ ਤੋਂ ਪਹਿਲਾਂ ਪੰਜਾਬੀ ਵਿੱਚ ਅਖਬਾਰ ਕਿੱਥੇ ਨਿਕਲਿਆ? ਅਮਰੀਕਾ ਦੇ ਵਿੱਚ। ਔਰ ਕਿੰਨੇ ਕੱਢਿਆ? ਗਦਰ ਪਾਰਟੀ ਨੇ। ਕਹਿੰਦਾ ਕਿ ਇਸ ਵਿੱਚ ਇਨਕਲਾਬੀ ਭਾਵਨਾ ਵਾਲੀਆਂ ਜੋਸ਼ੀਲੀਆਂ ਕਵਿਤਾਵਾਂ ਸ਼ਾਮਲ ਹੁੰਦੀਆਂ ਹਨ। 1937 ਤੋਂ ਮਗਰੋਂ ਪੰਜਾਬੀ ਵਿੱਚ ਸੰਤ ਸਿੰਘ ਸੇਖੋਂ ਪ੍ਰਗਤੀ ਸਾਹਿਤ ਦਾ ਮੋਢੀ ਬਣ ਕੇ ਸਾਹਮਣੇ ਆ ਗਿਆ। ਔਰ ਕਾਵਿ ਖੇਤਰ ਵਿੱਚ ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਪ੍ਰੀਤਮ ਸਿੰਘ ਸ਼ਰੀਫ ਸ਼ਫੀਰ, ਪਿਆਰਾ ਸਿੰਘ ਸ਼ਹਿਰਾਈ, ਸੰਤੋਖ ਸਿੰਘ ਧੀਰ ਅਤੇ ਦਵਿੰਦਰ ਸਤਿਆਰਥੀ ਵਰਗੇ ਪ੍ਰਗਤੀਵਾਦੀ ਕਵੀ ਅੱਗੇ ਆਏ। ਹੁਣ ਪ੍ਰੋਫੈਸਰ ਮੋਹਨ ਸਿੰਘ ਦਾ ਨਾਂ ਦੱਸਿਆ ਕਿ ਉਹਦੇ ਵਿੱਚ ਰਵਾਇਤੀ ਰੁਚੀਆਂ ਵਾਲੀਆਂ ਕਵਿਤਾਵਾਂ ਦਾ ਆਰੰਭ ਕੀਤਾ ਉਹਨੇ। ਔਰ ਜਲਦੀ ਉਹਦਾ ਰੁਖ ਜਿਹੜਾ ਹੈ ਪ੍ਰਗਤੀਵਾਦੀ ਹੋ ਗਿਆ। ਕਿਸੇ ਨਵੀਂ ਲਹਿਰ ਅਧੀਨ ਉਹਨੇ ਨਵੀਂ ਕਵਿਤਾ ਲਿਖੀ। ਬਾਅਦ ਵਿੱਚ ਉਹਨੂੰ ਸਾਰੇ ਜੀਵਨ 'ਚ ਬਹੁਤ ਮਾਣ ਸਨਮਾਨ ਦਿੱਤਾ ਗਿਆ। ਇਸ ਤੋਂ ਇਲਾਵਾ ਸਾਵੇ ਪੱਤਰ ਦਾ ਰੋਮਾਂਟਿਕ ਰਚਿਆ ਉਹਨੇ, ਇਤਿਹਾਸ ਜਾਣੀ ਕਿ ਨਾਟਕ ਰਚਿਆ। ਬਾਅਦ ਵਿੱਚ ਉਹ ਸਮਾਜਵਾਦੀ ਵਿਚਾਰਾਂ ਵਾਲੀਆਂ ਕਵਿਤਾ ਲਿਖਣ ਲੱਗ ਗਿਆ। ਔਰ ਉਹਦੀਆਂ ਇੱਕ ਕਵਿਤਾ ਦੀ ਉਦਾਹਰਨ ਵੀ ਦਿੱਤੀ ਹੋਈ ਆ, ਪਰ ਮੈਂ ਇਸ ਕਰਕੇ ਨਾ ਸਾਂਝੀ ਵਾਲਤਾ ਦੇ ਲਈ ਲੜਦਾ ਤੇ ਲਿਖਦਾ ਸੋਹਣੀਏ, ਕਿਉਂਕਿ ਇਸ ਦੇ ਨਾਲ ਸਭ ਦੀ ਹੋਣੀ ਆ ਏਕਤਾ, ਭਰਾਤੀਅਤਾ, ਸੁਤੰਤਰਤਾ। ਇਹ ਕਹਿੰਦਾ ਇਹਦੀਆਂ ਜਿਹੜੀਆਂ ਕਵਿਤਾਵਾਂ ਵਿੱਚ ਰੋਮਾਂਟਿਕ ਭਾਵ, ਪ੍ਰਕਿਰਤੀ ਚਿੱਤਰਨ, ਦੇਸ਼ ਪ੍ਰੇਮ ਆਦਿ ਕ੍ਰਾਂਤੀਕਾਰੀ ਭਾਵ ਵੀ ਹੈਗੇ ਸੀਗੇ। ਔਰ ਇਹਨੇ ਬੜੇ ਹੀ ਸੋਹਣੇ ਢੰਗ ਨਾਲ ਢੁਕਵੀਂ, ਫੱਬਵੀਂ, ਸੁਚੱਜੀ ਅਤੇ ਸੁੰਦਰਤਾ ਦੇ ਭਾਵਾਂ ਨਾਲ ਇਹਨਾਂ ਦੀ ਉਤਪਤੀ ਕੀਤੀ, ਜਿਹਦੇ ਵਿੱਚ ਅਲੰਕਾਰਾਂ ਦੀ ਮੌਲਿਕਤਾ, ਸੰਗੀਤ ਦੀ ਸੂਝ, ਭਾਵ ਚਿੱਤਰਨ ਇਸ ਦੀ ਕਵਿਤਾ ਦੇ ਮੀਰੀ ਗੁਣ ਹਨ। ਨੈਕਸਟ ਆ ਜਾਓ ਅੰਮ੍ਰਿਤਾ ਪ੍ਰੀਤਮ। ਅੰਮ੍ਰਿਤਾ ਪ੍ਰੀਤਮ ਜਿਹੜੀ ਦੂਸਰੀ ਪ੍ਰਮੁੱਖ ਕਵਿੱਤਰੀ ਸੀ ਆਧੁਨਿਕ ਕਾਲ ਦੀ, ਆਧੁਨਿਕ ਕਾਲ ਦਾ ਦੂਜਾ ਯੁੱਗ। ਇਹਨੇ ਰੋਮਾਂਟਿਕ ਖੇਤਰ ਵਿੱਚ ਪ੍ਰਵੇਸ਼ ਕੀਤਾ ਔਰ ਬਾਅਦ ਵਿੱਚ ਇਹਨੇ ਪ੍ਰਗਤੀਵਾਦੀ ਕਵਿਤਾਵਾਂ ਲਿਖੀਆਂ। ਅੱਜ ਵੀ ਇਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਅੰਤਰਮੁਖੀ ਭਾਵਾਂ ਵਾਲੀਆਂ ਨੇ। ਕਹਿੰਦਾ ਇਹਦੀ ਜਿਹੜੀ ਕਵਿਤਾ ਦਾ ਮੂਲ ਸੁਰ ਇਸਤਰੀ ਦੀ ਆਵਾਜ਼ ਨੂੰ ਨਿਰੂਪਣ ਵਾਲਾ ਸੀ। ਇਹਨੇ ਇਸਤਰੀਆਂ ਦੇ ਹੱਕਾਂ ਦੀ ਰਾਖੀ ਅਤੇ ਉਸਦੇ ਜੁਝਾਰੂ ਵਿਚਾਰ ਸਨ, ਯਾਨੀ ਕਿ ਜੁਝਾਰੂ ਕਿਸਮ ਦੀ ਕਵਿਤਾ ਲਿਖੀ ਇਸਤਰੀਆਂ ਨੂੰ ਆਪਣੇ ਹੱਕਾਂ ਲਈ ਲੜਨ ਵਾਸਤੇ। ਔਰ ਇਹਦਾ ਜਿਹੜਾ 1947 ਦੇ ਕਤਲੇਆਮ ਨੇ ਇਸਦੇ ਕੋਮਲ ਹਿਰਦੇ ਨੇ ਬਹੁਤ ਗਹਿਰਾ ਪ੍ਰਭਾਵ ਪਾਇਆ। ਵੰਡ ਤੋਂ ਬਾਅਦ ਦੀ ਕਵਿਤਾ ਵਿੱਚ ਉਸਨੇ ਔਰਤ ਜਾਤ ਉੱਤੇ ਹੋਏ ਅਤਿਆਚਾਰਾਂ ਦੀ ਬਿਰਥਾ ਬੜੇ ਕਰੁਣਾਮਈ ਵੇਗ ਵਿੱਚ ਬਿਆਨ ਕੀਤੀ। ਅੱਜ ਆਖਾਂ ਬਾਦਸ਼ਾਹ ਨੂੰ ਅਤੇ ਖੜੇਪਨ ਉਸਦੀਆਂ ਮੰਤਵ ਵਾਲੀਆਂ ਹਨ। ਇਹਦੇ ਵਿੱਚ ਜਿਹੜਾ ਅੰਮ੍ਰਿਤਾ ਪ੍ਰੀਤਮ ਸੀ ਨਾ, ਉਹਨੇ ਜਦੋਂ ਪੰਜਾਬ ਦੀ ਵੰਡ ਸਮੇਂ ਔਰਤਾਂ ਦੀ ਹਾਲਤ ਦੇਖੀ ਸੀ ਨਾ, ਔਰਤਾਂ ਰੋਕ ਲਾ ਰਹੀਆਂ ਸੀ, ਵਿਧਵਾ ਹੋ ਗਈਆਂ ਸੀ, ਉਹਨਾਂ ਦੇ ਬੱਚੇ ਕੱਟੇ ਵੱਢੇ ਗਏ ਸੀ,
ਔਰ ਉਹਨਾਂ ਨਾਲ ਦਾ ਸ਼ੋਸ਼ਣ ਹੋ ਰਿਹਾ ਸੀ, ਬਲਾਤਕਾਰ ਹੋਏ ਸੀ। ਉਸ ਸਮੇਂ ਉਹਨੇ ਕਿਹਾ ਸੀਗਾ, ਕਵਿਤਾ ਲਿਖੀ ਉਸ ਤੋਂ ਬਾਅਦ, ਵੰਡ ਤੋਂ ਬਾਅਦ, ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਕਿ ਜਦੋਂ ਇੱਕ ਹੀਰ ਰੋਂਦੀ ਸੀ ਤੇ ਤੂੰ ਇੰਨਾ ਕੁਝ ਉਹਦੇ ਵਾਸਤੇ ਲਿਖਤਾ, ਅੱਜ ਪੰਜਾਬ ਦੀਆਂ ਸਾਰੀਆਂ ਹੀਰਾਂ ਜਿਹੜੀਆਂ ਰੋਂਦੀਆਂ, ਤੂੰ ਇਹਦੇ ਵਾਸਤੇ ਕਿਉਂ ਨਹੀਂ ਲਿਖਦਾ, ਹੁਣ ਤੂੰ ਕਿੱਥੇ ਆ। ਇਹ ਚੀਜ਼ ਉਹਨੇ ਉਸ ਸਮੇਂ ਤੇ ਕੀਤੀ ਸੀ। ਨੈਕਸਟ ਆ ਜਾਓ ਬਾਬਾ ਬਲਵੰਤ। ਬਾਬਾ ਬਲਵੰਤ ਵੀ ਪ੍ਰਗਤੀਵਾਦੀ ਕਵਿਤਾ ਦਾ ਇੱਕ ਸਰਵੋਤਮ ਕਵੀ ਹੋਇਆ। ਉਹਦੇ ਵਿਸ਼ੇ ਸੀ ਪੁਰਾਤਨ ਸਾਹਿਤ, ਧਰਮ, ਇਤਿਹਾਸ, ਪਿਆਰ, ਕ੍ਰਾਂਤੀ, ਕਲਾ ਅਤੇ ਦਰਸ਼ਨ। ਅੱਗੇ ਕਹਿੰਦਾ ਇਸ ਤੋਂ ਬਿਨਾਂ ਪ੍ਰਕਿਰਤੀ ਚਿੱਤਰਨ ਵੀ ਉਸਦੀ ਕਵਿਤਾ ਦਾ ਇੱਕ ਮਹੱਤਵਪੂਰਨ ਵਿਸ਼ਾ ਹੈ। ਔਰ ਉਹਦੀਆਂ ਜਿਹੜੀਆਂ ਕਵਿਤਾਵਾਂ ਹੈਗੀਆਂ, ਮਹਾਨਾਚ, ਅਮਰ ਗੀਤ, ਜਵਾਲਾਮੁਖੀ, ਬੰਦਰਗਾਹ, ਸੁਗੰਧ ਸਮੀਰ। ਔਰ ਉਹਦੀ ਇੱਕ ਪ੍ਰਸਿੱਧ ਕਵਿਤਾ ਬਾਗੀ। ਮੈਂ ਬਾਗੀ, ਮੈਂ ਬਾਗੀ, ਮੈਂ ਆਕੀ, ਮੈਂ ਆਕੀ, ਇੱਕ ਅਮਰ ਸ਼ਕਤੀ, ਮੈਂ ਬਾਗੀ, ਮੈਂ ਬਾਗੀ, ਮੈਂ ਦੁਨੀਆ ਦੀ ਹਰ ਇੱਕ ਬਗਾਵਤ ਦਾ ਬਾਨੀ, ਮੈਂ ਹਰਕਤ, ਮੈਂ ਸੱਤਾ, ਮੈਂ ਚੇਤਨ ਜਵਾਨੀ। ਇਹ ਉਹਦੀਆਂ ਕਵਿਤਾਵਾਂ ਸੀਗੀਆਂ। ਅੱਗੇ ਨੈਕਸਟ ਆ ਗਿਆ ਪ੍ਰੀਤਮ ਸਿੰਘ ਸ਼ਫੀਰ। ਕਹਿੰਦਾ ਪ੍ਰਗਤੀਵਾਦੀ ਲਹਿਰ ਤੋਂ ਪ੍ਰਭਾਵਿਤ ਇੱਕ ਹੋਰ ਕਵੀ ਹੋਇਆ ਪ੍ਰੀਤਮ ਸਿੰਘ ਸ਼ਫੀਰ। ਉਹਨੇ ਵੀ ਆਧੁਨਿਕ ਕਵਿਤਾਵਾਂ ਲਿਖੀਆਂ। ਉਹਦੀਆਂ ਕਵਿਤਾਵਾਂ ਦੇ ਵਿੱਚ ਪਿਆਰ, ਕ੍ਰਾਂਤੀ ਤੇ ਰਹੱਸਵਾਦੀ ਭਾਵ ਸਨ। ਉਹਦੀਆਂ ਕਵਿਤਾਵਾਂ ਹੈਗੀਆਂ ਕੱਤਕ ਕੂੰਜਾਂ, ਪਾਪ ਦੇ ਸੋਲੇ, ਰਕਤ ਬੂੰਦਾਂ ਤੇ ਰਾਗ ਰੇਸ਼ਮਾ, ਆਦਿ ਜੁਗਾਦ, ਸਰਬ ਕਲਾ। ਇਹ ਸਾਰੀਆਂ ਉਹਦੀਆਂ ਕਵਿਤਾਵਾਂ ਸੀਗੀਆਂ। ਉਸ ਤੋਂ ਬਾਅਦ ਜਿਹੜੇ ਕਵੀ ਆਏ ਉਹ ਹੈਗੇ ਅਵਤਾਰ ਸਿੰਘ ਆਜ਼ਾਦ, ਪਿਆਰਾ ਸਿੰਘ ਸ਼ਹਿਰਾਈ, ਸੰਤੋਖ ਸਿੰਘ ਧੀਰ, ਸਰਦਾਰ ਤਾਰਾ ਸਿੰਘ। ਇਹਨਾਂ ਦੇ ਸਿਰਫ ਨਾਮ ਹੀ ਲਿਖਣੇ, ਸ਼ਿਵ ਕੁਮਾਰ। ਇਹ ਸਾਰੇ ਪ੍ਰਗਤੀਵਾਦੀ ਹੀ ਕਵੀ ਸੀਗੇ। ਅੱਗੇ ਆ ਗਿਆ ਇਹਦਾ ਤੀਸਰਾ ਦੌਰ। ਤੀਸਰਾ ਦੌਰ ਜਿਹੜਾ ਵਾ ਉਹ 1958 ਤੋਂ ਬਾਅਦ ਹੋਇਆ ਸੀ ਸ਼ੁਰੂ। ਇਹ ਇੱਕ ਦਰਅਸਲ ਕੋਈ ਨਵੀਂ ਲਹਿਰ ਨਹੀਂ, ਇਹ ਪ੍ਰਗਤੀਵਾਦੀ ਕਾਵਿਧਾਰਾ ਦਾ ਇੱਕ ਵੱਖਰਾ ਸਰੂਪ ਸੀ। ਇਹਦਾ ਮੋਢੀ ਜਿਹੜਾ ਜਸਬੀਰ ਸਿੰਘ ਆਹਲੂਵਾਲੀਆ ਸੀ। ਔਰ ਨਵੀਨਤਮ ਦੌਰ ਜਿਹੜਾ ਅੱਜ ਕੱਲ੍ਹ ਹੈ, ਇਹ 1964 ਤੋਂ ਲੈ ਕੇ 69 ਤੱਕ ਪੰਜਾਬ ਦੀਆਂ ਪਹਿਲੀਆਂ ਕਾਵਿਧਾਰਨਾਵਾਂ ਦਾ ਢੰਗ ਜਦੋਂ ਫਿੱਕਾ ਪੈ ਗਿਆ ਸੀ, ਉਹਦੇ ਸੰਬੰਧ ਵਿੱਚ ਹੋਂਦ ਵਿੱਚ ਆਇਆ। ਇਹਦੇ ਜਿਹੜੇ ਰਚਨਾਵਾਂ ਹੈਗੀਆਂ ਲੋਚੀ, ਸਰਦਾਰ ਤਰਲੋਚਨ ਲੋਚੀ ਜਿਹੜੇ ਇਹਦੇ ਲਿਖਣ ਵਾਲੇ ਨੇ, ਸਰਦਾਰ ਪੰਛੀ, ਰਵਿੰਦਰ ਪੱਠਲ, ਮਨਜੀਤ ਟਿਵਾਣਾ, ਅਮਿਤੋਸ਼ ਆਦਿ ਕਈ ਕਵੀ ਇਸ ਕਾਲ ਵਿੱਚ ਅੱਗੇ ਆਉਂਦੇ ਹਨ। ਇਹਦੇ ਵਿੱਚ ਕਵਿਤਾ ਮੇਰੇ ਗੀਤ ਸਿਮਰਤੀ ਕਰਨ ਤੋਂ ਪਹਿਲਾਂ ਅਤੇ ਕਰੂਣਾ ਦੀ ਛੋਹ ਤੋਂ ਮਗਰੋਂ ਨਵ ਰਹੱਸਵਾਦੀ ਕਵਿਤਾਵਾਂ ਦੀਆਂ ਪ੍ਰਮੁੱਖ ਰਚਨਾਵਾਂ ਨੇ। ਇਸ ਤਰ੍ਹਾਂ ਪ੍ਰੀਤਮ ਸਿੰਘ ਸ਼ਫੀਰ ਦੇ ਜਿਹੜੇ ਕਾਵਿ ਸੰਗ੍ਰਹਿ ਹੈਗੇ ਸਰਬ ਕਲਾ, ਅਪਾਰ, ਅਨੂਪ ਆਦਿ, ਆਦਿ ਜਿਹਦੇ ਵਿੱਚ ਨਵ ਰਹੱਸਵਾਦੀ ਹੈਗਾ ਨਮੂਨੇ ਪੇਸ਼ ਕੀਤੇ ਗਏ। ਔਰ ਡਾਕਟਰ ਦੀਵਾਨਾ ਦੀ ਕਾਲੇ ਪਾਣੀ, ਧਨੀ ਰਾਮ ਚਾਤਰਕ, ਪ੍ਰੋਫੈਸਰ ਪੂਰਨ ਸਿੰਘ ਵੀਰ ਸਿੰਘ। ਨੈਕਸਟ ਆ ਜਾਓ ਤੁਸੀਂ ਕਵਿਤਾ ਦਾ ਜੇਕਰ ਕੁਐਸਚਨ ਆ ਜਾਂਦਾ, ਕਵਿਤਾ ਦਾ ਸਰੂਪ ਅਤੇ ਪਰਿਭਾਸ਼ਾ ਤੱਤ ਵਰਗੀਕਰਨ ਦੱਸੋ। ਕਹਿੰਦਾ ਕਿ ਜਿਹੜਾ ਕਾਵਿ ਸਾਹਿਤ ਆ ਇਹਦਾ ਕੋਈ ਜ਼ਿਆਦਾ ਪੁਰਾਣਾ ਰੂਪ, ਬਹੁਤ ਹੀ ਪੁਰਾਣਾ ਰੂਪ ਆ। ਇਹਦੀ ਕੋਈ ਆਪਾਂ ਨਿਸ਼ਚਿਤ ਪਰਿਭਾਸ਼ਾ ਤੇ ਨਹੀਂ ਦੇ ਸਕਦੇ, ਬਟ ਇਹ ਕਹਿ ਸਕਦੇ ਆ ਕਿ ਕੁਝ ਜਿਹੜੇ ਲੋਕ ਕਹਿੰਦੇ ਆ ਕਿ ਨਾਥਾਂ ਜੋਗੀਆਂ ਦੇ ਸਮੇਂ ਦੀਆਂ ਕਵਿਤਾਵਾਂ ਨੇ, ਕੁਝ ਲੋਕ ਕਹਿੰਦੇ ਆ ਗੁਰੂਆਂ ਦੇ ਸਮੇਂ ਦੀਆਂ ਕਵਿਤਾਵਾਂ, ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸ਼ੁਰੂ ਹੋਇਆ ਸੀ ਕਾਲ, ਬਟ ਕਹਿੰਦਾ ਇਹ ਨਾਥਾਂ ਜੋਗੀਆਂ ਤੋਂ ਹੀ ਸ਼ੁਰੂ ਹੋਇਆ ਹੈ। ਔਰ ਇਹਦੇ ਵਿੱਚ ਜਿਹੜਾ ਇੱਕ ਕਵੀ ਸੀਗਾ ਵਰਡ ਜੋਰਸ ਨੇ ਕਾਵ ਵਿੱਚ ਭਾਵਾਂ ਦੇ ਪ੍ਰਗਟਾਵੇ ਉੱਤੇ ਜ਼ੋਰ ਦਿੱਤਾ। ਇਸ ਪ੍ਰਸੰਗ ਵਿੱਚ ਦਾ ਇੱਕ ਬਹੁਤ ਪ੍ਰਸਿੱਧ ਕਥਨ ਹੈ, ਕਾਵ ਭਾਵਾਂ ਦੇ ਆਪ ਮੁਹਾਰੇ ਵਹਿ ਤੁਰਨ ਦਾ ਨਾਮ, ਪੋਇਟਰੀ ਇਜ਼ ਆ ਸਪੌਂਟੇਨੀਅਸ। ਇਹ ਉਹਨੇ ਕਿਹਾ ਸੀ, ਅੰਗਰੇਜ਼ੀ ਦਾ ਕਵੀ ਸੀ। ਕਵਿਤਾ ਦੀ ਵਿਸ਼ੇ ਵਸਤੂ ਸਮੱਗਰੀ ਕਵੀ ਦਾ ਨਿੱਜੀ ਭਾਵ ਹੈ। ਕਵਿਤਾ ਦੇ ਵੇਗ ਨੂੰ ਉਹ ਨਦੀ ਦੇ ਆਪ ਮੁਹਾਰੇ ਵਹਿ ਤੁਰਨ ਨਾਲ ਉਪਮਾ ਦਿੰਦਾ ਹੈ। ਉਸ ਤੋਂ ਬਾਅਦ ਜਿਹੜਾ ਇਹਦੀਆਂ ਪਰਿਭਾਸ਼ਾ ਦਿੱਤੀਆਂ ਹੋਈਆਂ, ਮਤਲਬ ਉਹਨਾਂ ਨੇ ਆਪਣੇ ਤਰੀਕੇ ਨਾਲ। ਕਾਰਲਾਈਲ ਨੇ ਇਹ ਕਿਹਾ ਵਾ ਕਿ ਕਵਿਤਾ ਕੇਵਲ ਜੀਵਨ ਦੀ ਆਲੋਚਨਾ ਨਹੀਂ ਹੁੰਦੀ, ਸਗੋਂ ਜੀਵਨ ਦਾ ਸੱਚ ਹੁੰਦਾ ਹੈ। ਕਵਿਤਾ ਮਨੁੱਖ ਦੀ ਉਹ ਉੱਚਤਮ ਪਾਲ ਹੈ ਜਿਹੜਾ ਉਸ ਨੂੰ ਰੂਹ ਦੀ ਖੁਸ਼ੀ ਦੀ ਹਕੂਮਤ ਤੱਕ ਪਹੁੰਚਾਉਣ ਦਾ ਸਾਧਨ ਬਣਦੀ। ਜਾਣੀ ਕਿ ਇਹ ਕਵਿਤਾਵਾਂ ਦੀਆਂ ਪਰਿਭਾਸ਼ਾ ਨੇ। ਜਿਸ ਤਰ੍ਹਾਂ ਇੱਕ ਕਵੀ ਨੇ ਕਿਹਾ ਸੀਗਾ ਕਿ ਕਵਿਤਾ ਜਿਹੜੀ ਆ ਪਿਆਰ ਵਿੱਚ ਮੋਏ ਹੋਏ ਬੰਦਿਆਂ ਦੇ ਭਾਵ ਆ,
ਇਹ ਸਾਰੀਆਂ ਪਰਿਭਾਸ਼ਾ, ਕੋਈ ਵੀ ਪਰਿਭਾਸ਼ਾ ਤੁਸੀਂ ਲਿਖ ਸਕਦੇ ਹੋ। ਔਰ ਹਡਸਨ ਨੇ ਕਿਹਾ ਸੀਗਾ ਕਿ ਕਵੀ ਕਵਿਤਾ ਵਿੱਚ ਅੰਤਰਮੁਖੀ ਹੋ ਕੇ ਆਪਣੇ ਧੁਰ ਅੰਦਰ ਉਤਰਦਾ ਹੈ ਅਤੇ ਧੁਰ ਅੰਦਰੋਂ ਪ੍ਰੇਰਨਾ ਲੈ ਕੇ ਆਪਣੀ ਵਸਤੂ ਸਮੱਗਰੀ ਨੂੰ ਆਪਣੇ ਤਜਰਬੇ ਨਾਲ ਅਤੇ ਵਿਚਾਰਾਂ ਦੁਆਰਾ ਸਮੂਰਤ ਕਰਦਾ ਹੈ। ਸ਼ੈਲੀ ਨੇ ਵੀ ਆਪਣੀ ਦਿੱਤੀ ਪਰਿਭਾਸ਼ਾ ਉਸ ਤੋਂ ਅੱਗੇ ਆ ਗਿਆ ਅਸਤੂ। ਸਿੱਟਾ ਕੀ ਆ? ਸਿੱਟਾ ਇਹਦਾ ਇਹੀ ਆ ਕਿ ਕਵਿਤਾ ਮਨੁੱਖੀ ਮਨ ਦੇ ਭਾਵਾਂ ਦਾ ਪ੍ਰਗਟਾਵਾ ਹੈ। ਕਵਿਤਾ ਉੱਤਮ ਅਤੇ ਖੁਸ਼ੀ ਵਿਅਕਤੀ ਦੀ ਵਧੀਆ ਮਾਨਸਿਕ ਅਵਸਥਾ ਦਾ ਰਿਕਾਰਡ ਹੈ। ਕਵਿਤਾ ਛੰਦਬੰਦ ਰਚਨਾ ਹੈ ਜਿਹੜੀ ਕਲਪਨਾ ਦੀ ਸਹਾਇਤਾ ਨਾਲ ਸੱਚ ਅਤੇ ਆਨੰਦ ਨੂੰ ਜੋੜਦੀ ਹੈ। ਆਧੁਨਿਕ ਯੁੱਗ ਵਿੱਚ ਛੰਦ ਮੁਕਤ ਕਵਿਤਾ ਵੀ ਲਿਖੀ ਜਾਣ ਲੱਗੀ। ਇਹ ਸਾਰੇ ਉਹਦਾ ਨਿਚੋੜ ਲਿਖਿਆ ਹੈ। ਹੁਣ ਜੇਕਰ ਕੁਐਸਚਨ ਆ ਜਾਏ ਕਿ ਕਵਿਤਾ ਦੇ ਤੱਤ ਦੱਸੋ, ਕਵਿਤਾ ਦੇ ਤੱਤ ਕਿਹੜੇ ਕਿਹੜੇ ਆ? ਕਹਿੰਦਾ ਕਿ ਕਵਿਤਾ ਨੂੰ ਲਿਖਣ ਵਾਸਤੇ ਉਹਦੇ ਤੱਤਾਂ ਦੇ ਹੋਣਾ ਬਹੁਤ ਜ਼ਰੂਰੀ ਹੈ। ਔਰ ਸਭ ਤੋਂ ਪਹਿਲਾਂ ਤੱਤ ਹੈਗਾ ਕਲਪਨਾ ਤੱਤ, ਬੁੱਧੀ ਤੱਤ। ਕਲਪਨਾ ਸਭ ਤੋਂ ਪਹਿਲਾਂ ਕਵੀ ਕਲਪਨਾ ਕਰਦਾ, ਫਿਰ ਆਪਣੀ ਬੁੱਧੀ ਨਾਲ ਉਹਨੂੰ ਘੜਦਾ ਵਾ। ਭਾਵਨਾਵਾਂ, ਇਹ ਉਹਦੇ ਤੱਤ ਨੇ, ਭਾਵਨਾ, ਬੁੱਧੀ ਤੱਤ ਔਰ ਕਲਪਨਾ ਤੱਤ। ਉਸ ਤੋਂ ਬਾਅਦ ਇਹਦੇ ਮੂਲ ਤੱਤ ਨੇ ਸੰਗੀਤ, ਲੈਅ, ਰਿਦਮ, ਸੁਰ-ਤਾਲ ਨੂੰ ਵੀ ਮੰਨਿਆ ਜਾਂਦਾ ਔਰ ਇਹਦੇ ਛੰਦਬੰਦ ਵੀ ਹੋਣੇ ਚਾਹੀਦੇ ਆ। ਕਹਿੰਦਾ ਕਿ ਇਹਦਾ ਅਨੁਭਵ ਕੀ ਆ ਕਿ ਕਵਿਤਾ ਦਾ ਸਭ ਤੋਂ ਮਹੱਤਵਪੂਰਨ ਤੱਤ ਮਨੁੱਖ ਦਾ ਅਨੁਭਵ ਹੈ, ਜੋ ਉਹ ਐਕਸਪੀਰੀਅੰਸ ਕਰਦਾ ਵਾ। ਜਿਸ ਤਰ੍ਹਾਂ ਦਾ ਉਹਦਾ ਅਨੁਭਵ ਹੁੰਦਾ ਉਸ ਤਰ੍ਹਾਂ ਦੀਆਂ ਉਹ ਕਵਿਤਾਵਾਂ ਲਿਖਦਾ ਹੈ। ਜਿਸ ਤਰ੍ਹਾਂ ਦੇ ਦੇਸ਼ ਕਾਲ ਵਿੱਚ ਉਹ ਜਨਮ ਲੈਂਦਾ ਉਸ ਤਰ੍ਹਾਂ ਦੀਆਂ ਕਵਿਤਾਵਾਂ ਲਿਖਦਾ। ਉਹਦੀਆਂ ਕਵਿਤਾਵਾਂ ਦੇ ਉੱਤੇ ਉਹਦੇ ਪਰਿਵਾਰ, ਸਮਾਜ, ਰਾਜ ਤੇ ਆਰਥਿਕ ਜਿਹੜੀਆਂ ਨੀਤੀਆਂ ਉਹਨਾਂ ਦਾ ਜ਼ਰੂਰ ਪ੍ਰਭਾਵ ਵੇਖਿਆ ਜਾਂਦਾ ਔਰ ਉਸੇ ਤਰ੍ਹਾਂ ਦੀਆਂ ਉਹ ਕਵਿਤਾਵਾਂ ਲਿਖਦਾ। ਕਲਪਨਾ ਦਾ ਭਾਵ ਕਿ ਖਿਆਲਾਂ ਦੁਆਰਾ ਕੋਈ ਘਟਨਾ ਨੂੰ ਰਚ ਲੈਂਦਾ ਔਰ ਆਪਣੇ ਖਿਆਲਾਂ ਨੂੰ ਅਮਲੀ ਰੂਪ ਦੇ ਕੇ ਉਹ ਕਵਿਤਾ ਨੂੰ ਸਿਰਜਦਾ ਹੈ। ਅੱਗੇ ਆ ਗਿਆ ਵਸਤੂ ਸਮੱਗਰੀ। ਕਵਿਤਾ ਦੀ ਵਸਤੂ ਸਮੱਗਰੀ ਪੂਰੇ ਬ੍ਰਹਿਮੰਡ ਜਿੰਨੀ ਵਿਸ਼ਾਲ, ਵਿਚਿੱਤਰ ਅਤੇ ਸਵਤੀ ਹੈ। ਜਾਣੀ ਕਿ ਇਹਦੀ ਵਸਤੂ ਸਮੱਗਰੀ ਕੰਟੈਂਟ ਦੇ ਜਿੰਨੇ ਮਰਜ਼ੀ ਹੋ ਸਕਦੇ, ਪੂਰੇ ਬ੍ਰਹਿਮੰਡ ਜਿੰਨੇ। ਇਹ ਮਨੁੱਖ ਦੀ ਜਾਤ ਤੋਂ ਲੈ ਕੇ ਜਾਣੀ ਕਿ ਨਿੱਜੀ ਕੰਮਾਂ ਤੋਂ ਲੈ ਕੇ ਪੂਰੀ ਕਾਇਨਾਤ ਤੱਕ ਹੁੰਦੀ ਹੋਈ ਵਿਚਰਦੀ ਆ। ਕੋਈ ਕਲਪਨਾ ਕਵਿਤਾ ਨਹੀਂ ਹੈ। ਕਲਪਨਾ ਤਾਂ ਕਈ ਮਨ ਦੀ ਵਸਤੂ ਸਮੱਗਰੀ ਅਥਵਾ ਭਾਵਾਂ ਦੀ ਸਮੂਰਤੀ ਕਰਦੀ ਹੈ। ਦੁਨੀਆ ਦੀਆਂ ਮਹਾਨ ਕਵਿਤਾਵਾਂ ਮਹਾਨ ਵਸਤੂ ਸਮੱਗਰੀ ਦੀ ਪੇਸ਼ਕਾਰੀ ਕਰਨ ਦੇ ਸਦੀਵੀ ਅਮਰ ਹੈ। ਨੈਕਸਟ ਹੈਗਾ ਭਾਵ, ਜਜ਼ਬਾ। ਜਿਹੜੀਆਂ ਭਾਵਨਾਵਾਂ ਵੀ ਹੁੰਦੀਆਂ ਨਾ ਕਵਿਤਾ ਦੇ ਵਿੱਚ। ਕਹਿੰਦਾ ਕਿ ਕਵਿਤਾ ਦਿਲ ਦੀ ਬੋਲੀ ਹੈ, ਇਸ ਕਰਕੇ ਕਵੀ ਜਿਹੜਾ ਆਪਣੀਆਂ ਭਾਵਨਾਵਾਂ ਨੂੰ ਸਾਕਾਰ ਰੂਪ ਦੇ ਕੇ ਕਵਿਤਾਵਾਂ ਦੀ ਰਚਨਾ ਕਰਦਾ ਹੈ। ਅੱਗੇ ਆ ਗਿਆ ਕਵਿਤਾ ਦੇ ਰਸ। ਜੇਕਰ ਕੁਐਸਚਨ ਆ ਜਾਏ ਕਿ ਕਵਿਤਾ ਦੇ ਕਿੰਨੇ ਰਸ ਹੁੰਦੇ ਆ, ਤੇ ਕਵਿਤਾ ਦੇ ਜਿਹੜੇ ਆ ਕਿਉਂਕਿ ਰਸ ਦਾ ਮਤਲਬ ਹੁੰਦਾ ਆਨੰਦ ਔਰ ਕਵਿਤਾ ਦੇ ਰਸ ਜਿਹੜੇ ਕਿ ਸ਼ਿੰਗਾਰ ਰਸ, ਕਰੁਣਾ ਰਸ, ਹਾਸ ਰਸ, ਵੀਰ ਰਸ, 9 ਰਸ ਹੁੰਦੇ ਨੇ। ਰੌਦਰ ਰਸ, ਅਦਭੁਤ ਰਸ, ਵੀਰਤਾ ਰਸ, ਭਿਆਨਕ ਰਸ, ਸ਼ਾਂਤ ਰਸ। ਕਹਿੰਦਾ ਕਿ ਇਹਨਾਂ ਰਸਾਂ ਦੇ ਨਾਲ ਉਹਦਾ ਸਥਾਈ ਭਾਵ ਜੁੜਿਆ ਹੁੰਦਾ, ਜਿਵੇਂ ਕਿ ਸ਼ਿੰਗਾਰ ਰਸ ਹੁੰਦਾ ਸ਼ੌਂਕ, ਪ੍ਰੇਮ, ਉਤਸ਼ਾਹ, ਕ੍ਰੋਧ, ਖੁਸ਼ੀ, ਘ੍ਰਿਣਾ, ਵਿਰਾਗ ਅਤੇ ਹੈਰਾਨੀ। ਸ਼ਾਂਤ ਰਸ ਸਾਨੂੰ ਬਹੁਤ ਕਵਿਤਾਵਾਂ ਵਿੱਚ ਦੇਖਣ ਨੂੰ ਮਿਲਦਾ, ਜਿਵੇਂ ਕਿ ਵਿਰਾਗ ਵਿੱਚ ਰਾਗ ਦਾ ਸਥਾਈ ਹੁੰਦਾ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿ, ਸਿੱਤੇ ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤੇ ਗਾਓ ਹਰੀ ਕੇਰਾ, ਮਨ ਜਿਨੇ ਵਸਾਇਆ, ਕਹੇ ਨਾਨਕ ਆਨੰਦ ਹੋਇਆ, ਸਤਿਗੁਰੂ ਮੈਂ ਪਾਇਆ। ਵੀਰ ਰਸ, ਇਸ ਦਾ ਸਥਾਈ ਭਾਵ ਉਤਸ਼ਾਹ ਹੈ। ਇਹ ਜਿਹੜਾ ਕਹਿੰਦਾ ਰਸ ਪੰਜਾਬੀ ਸਾਹਿਤ ਦੇ ਬਹੁਤ ਸਾਰੇ ਰੂਪਾਂ ਵਿੱਚ ਦ੍ਰਿਸ਼ਟੀਗੋਚਰ ਹੈ। ਜਿਸ ਤਰ੍ਹਾਂ ਕਿ ਵੀਰ ਰਸ ਸਾਨੂੰ ਜੰਗਨਾਮੇ ਜਿਹੜੇ ਲਿਖੇ ਹੁੰਦੇ ਉਹਨਾਂ 'ਚ ਮਿਲ ਜਾਂਦਾ। ਕਹਿੰਦਾ ਕਿ ਪੰਜਾਬੀ ਸਾਹਿਤ ਵਿੱਚ 2 ਤਰ੍ਹਾਂ ਦੀਆਂ ਵਾਰਾਂ ਮਿਲਦੀਆਂ, ਅਧਿਆਤਮਕ ਤੇ ਭੌਤਿਕ ਵਾਰਾਂ। ਅਧਿਆਤਮਕ ਹੁੰਦੀਆਂ ਜਿਹੜੀਆਂ ਧਰਮ ਨਾਲ ਰਿਲੇਟਡ ਹੁੰਦੀਆਂ
ਅੱਗੇ ਆ ਗਿਆ ਬੀਭਤਸ ਰਸ। ਬੀਭਤਸ ਰਸ ਹੈਗੀ ਆ ਘ੍ਰਿਣਾ। ਇਹ ਵੀ ਜੰਗਨਾਮਿਆਂ ਵਿੱਚ ਵੇਖੀ ਜਾ ਸਕਦੀ ਹੈ, ਯੁੱਧ ਭੂਮੀ ਦੇ ਜਦੋਂ ਯੁੱਧ ਵੇਖਣ ਨੂੰ ਮਿਲਦੇ ਨੇ। ਨੈਕਸਟ ਆ ਜਾਓ ਕਰੁਣਾ ਰਸ, ਜਿਹੜਾ ਦੁੱਖ ਵਾਲਾ ਹੁੰਦਾ, ਸ਼ੋਕਮਈ। ਉਹਦੇ ਵਿੱਚ ਵੀ ਦਰਦ ਵਾਲਾ ਰਸ, ਉਹਦੇ ਵਿੱਚ ਵੀ ਕਵਿਤਾ ਹੁੰਦੀਆਂ ਵੇ, ਜਿਵੇਂ ਵੇ ਦਰਦ ਮੰਦਾ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਵ। ਸ਼ਿੰਗਾਰ ਰਸ, ਸ਼ੌਂਕ ਜਿਹਨੂੰ ਆਪਾਂ ਕਹਿ ਸਕਦੇ ਹਾਂ। ਅੱਗੇ ਆ ਗਿਆ ਰੌਂਦਰ ਰਸ, ਯਾਨੀ ਕਿ ਕ੍ਰੋਧ। ਕ੍ਰੋਧ ਵੀ ਆਪਾਂ ਜਿਹੜੀਆਂ ਹੁਣ ਚੰਡੀ ਦੀ ਵਾਰ ਇਹਦੇ ਵਿੱਚ ਦੇਖਿਆ ਕ੍ਰੋਧ ਹੈਗਾ ਵਾ, ਕ੍ਰੋਧ ਵਿਖਾਇਆ ਗਿਆ ਵਾ। ਇਸ ਤਰ੍ਹਾਂ ਹਨੂੰਮਾਨ ਚਾਲੀਸਾ ਉਹਦੇ ਵਿੱਚ ਵੀ ਕ੍ਰੋਧ ਆ। ਇਸ ਤਰ੍ਹਾਂ ਦੀਆਂ ਜਿਹੜੀਆਂ ਜੰਗਨਾਮਿਆਂ ਨਾਲ ਰਿਲੇਟਡ ਹੁੰਦੀਆਂ। ਅਦਭੁਤ ਰਸ, ਯਾਨੀ ਕਿ ਹੈਰਾਨੀ ਵਾਲਾ ਰਸ। ਜਿਹੜੀਆਂ ਕਵਿਤਾਵਾਂ ਨੂੰ ਪੜ੍ਹ ਕੇ ਹੈਰਾਨੀ ਜੀ ਲੱਗੇ ਉਹਨੂੰ ਕਹਿੰਦੇ ਅਦਭੁਤ ਰਸ। ਅਗਲਾ ਹੈਗਾ ਭਿਆਨਕ ਰਸ, ਜਿਨ੍ਹਾਂ ਨੂੰ ਪੜ੍ਹ ਕੇ ਡਰ ਜਾਂ ਮਹਿਸੂਸ ਹੋਵੇ ਜਾਂ ਡਰਾਉਣ ਵਾਲੀਆਂ ਹੋਣ। ਹਾਸ ਰਸ, ਜਿਨ੍ਹਾਂ ਨੂੰ ਪੜ੍ਹ ਕੇ ਹਾਸਾ ਆਵੇ, ਉਹ ਹੁੰਦੀਆਂ ਹਾਸ ਰਸ। ਅਗਲਾ ਤੱਤ ਹੈਗਾ ਬੁੱਧੀ ਤੱਤ। ਬੁੱਧੀ ਤੱਤ ਜਿਹੜਾ ਦੋ ਤਰ੍ਹਾਂ ਦਾ, ਗਿਆਨ ਸਾਹਿਤ, ਲਲਿਤ ਸਾਹਿਤ। ਇਹ ਕਵੀ ਜਿਹੜੇ ਆਪਣੇ ਦਿਮਾਗ ਨਾਲ ਸਿਰਜਦਾ ਹੈ ਆਪਣੇ ਵਿਚਾਰਾਂ ਨੂੰ। ਹੁਣ ਕਹਿੰਦਾ ਕਵਿਤਾ ਦੇ ਕੰਮ ਕਿਹੜੇ ਕਿਹੜੇ ਆ। ਕਵਿਤਾ ਦਾ ਜਿਹੜਾ ਕੰਮ ਆ ਉਹ ਜਾਂ ਉਹਦਾ ਪ੍ਰਯੋਜਨ ਜਿਹੜਾ ਵਾ ਉਹ ਕਵਿਤਾ ਦੇ ਆਰੰਭ ਇਸ ਕਰਕੇ ਹੋਈਆਂ ਸੀ ਪ੍ਰਾਚੀਨ ਕਾਲ 'ਚ ਕਿ ਕੁਦਰਤੀ ਸ਼ਕਤੀਆਂ ਨੂੰ ਰੋਕਣ ਵਾਸਤੇ ਉਹਨਾਂ ਦੇ ਵਾਸਤੇ ਭਜਨਬੰਦੀ ਕਰਨ ਵਾਸਤੇ ਇਹਨਾਂ ਦਾ ਹੋਇਆ ਸੀ, ਵੇਦ ਮੰਤਰ ਰਚੇ ਗਏ। ਬਟ ਹੌਲੀ ਹੌਲੀ ਮੱਧਕਾਲ 'ਚ ਭਗਤੀ ਵਾਲੀਆਂ ਹੋ ਗਈਆਂ, ਰਾਸ਼ਟਰ ਭਗਤੀ ਵਾਲੀਆਂ। ਹੌਲੀ ਹੌਲੀ ਇਹਨਾਂ ਦਾ ਵਿਕਾਸ ਹੋਇਆ ਤੇ ਇਹਨਾਂ ਦੇ ਉੱਤੇ ਸੁਤੰਤਰਤਾ, ਸਮਾਨਤਾ, ਸਮਾਜਿਕ ਨਿਆਂ ਦਾ ਇਹਨਾਂ ਵਿੱਚ ਰੂਪ ਦੇਖਿਆ ਜਾਂਦਾ। ਨੈਕਸਟ ਆ ਜਾਓ ਤੁਸੀਂ ਸ਼ੈਲੀ ਤੱਤ। ਸ਼ੈਲੀ ਹੁੰਦਾ ਵਾ ਕਿਸੇ ਵੀ ਕਵਿਤਾ ਨੂੰ ਲਿਖਣ ਦਾ ਢੰਗ ਤਰੀਕਾ ਜਿਹੜਾ ਕਿ ਕਵੀ ਵੱਲੋਂ ਅਪਣਾਇਆ ਜਾਂਦਾ, ਜਿਵੇਂ ਕਿ ਉਹਦੀ ਲੈਅ ਕਿਹੋ ਜਿਹੀ ਆ, ਸੁਰ ਤਾਲ ਕਿਹੋ ਜਿਹੀ ਆ, ਰਿਦਮ, ਪ੍ਰਵਾਹ, ਬਿੰਬ, ਭਾਸ਼ਾ, ਅਲੰਕਾਰ, ਛੰਦ ਜਾਂ ਮੀਟਰ ਅਤੇ ਸ਼ੈਲੀ ਤੱਤ ਹਨ। ਲੈਅ ਤਾਲ, ਜਾਣੀ ਕਿ ਇਹਦੀ ਸੁਰ ਤਾਲ ਕਿਵੇਂ ਦੀ ਆ, ਇਹ ਵੀ ਇਹਦੇ ਵਿੱਚ ਦੇਖੀ ਜਾਂਦੀ ਆ। ਨੈਕਸਟ ਹੈਗਾ ਪ੍ਰਵਾਹ, ਕਿ ਇਹਦਾ ਮਿਲਦਾ ਜੁਲਦਾ ਤੱਤ ਹੈਗਾ ਰਿਦਮ ਦੇ ਨਾਲ ਪ੍ਰਵਾਹ ਦੀ ਉਤਪਤੀ ਹੋਈ। ਕਾਵ ਦਾ ਪ੍ਰਵਾਹ ਇੱਕ ਸੰਜਮ ਵਿੱਚ ਹੁੰਦਾ ਹੈ ਅਤੇ ਆਪ ਮੁਹਾਰੇ ਕਿਸੇ ਸੇਧ ਵਿੱਚ ਨਹੀਂ ਰਹਿੰਦਾ ਤੇ ਪ੍ਰਭਾਵ ਨੂੰ ਨਸ਼ਟ ਕਰ ਦਿੰਦਾ ਹੈ। ਅੱਗੇ ਆ ਗਿਆ ਬਿੰਬ। ਬਿੰਬ ਹੁੰਦੀਆਂ ਤਸਵੀਰਾਂ, ਜਿਹੜਾ ਕਵੀ ਆਪਣੇ ਮਨ ਵਿੱਚ ਸੋਚ ਕੇ ਉਹਨਾਂ ਨੂੰ ਘੜਦਾ ਵਾ। ਜਿਵੇਂ ਉਹਨੇ ਲਿਖਿਆ ਗੁਲਮੋਹਰ ਦਾ ਬੂਟਾ, ਤੇ ਗੁਲਮੋਹਰ ਦਾ ਬੂਟਾ ਆਪਣੇ ਆਪ ਹੀ ਸਾਡੇ ਅੱਖਾਂ ਅੱਗੇ ਆ ਜਾਂਦਾ। ਇਹਨੂੰ ਕਹਿੰਦੇ ਬਿੰਬ। ਅਲੰਕਾਰ, ਅਲੰਕਾਰ ਜਿਹੜਾ ਉਹ ਕਵਿਤਾ ਦਾ ਗਹਿਣਾ ਆਖਿਆ ਜਾਂਦਾ। ਔਰਤ ਦੇ ਸ਼ਿੰਗਾਰ ਵਾਂਗ ਕਵਿਤਾ ਦੇ ਵੀ ਸ਼ਿੰਗਾਰ ਵਾਸਤੇ ਅਲੰਕਾਰ ਜ਼ਰੂਰੀ ਨੇ। ਇਹ ਇੱਕ ਮਹੱਤਵਪੂਰਨ ਤੱਤ ਆ। ਇਹਦੇ ਵਿੱਚ ਉਪਮਾ, ਦ੍ਰਿਸ਼ਟਾਂਤ ਅਤੇ ਕਥਨੀ ਅਲੰਕਾਰ ਵੀ ਮਹੱਤਵਪੂਰਨ ਮੰਨੇ ਗਏ ਹਨ। ਔਰ ਅਲੰਕਾਰ 3 ਤਰ੍ਹਾਂ ਦੇ ਹੁੰਦੇ ਜੇ, ਜੇਕਰ ਕੁਐਸਚਨ ਆ ਜਾਏ ਅਲੰਕਾਰ ਕਿੰਨੀ ਤਰ੍ਹਾਂ ਦੇ ਹੁੰਦੇ। ਅਨੁਪਰਾਸ ਅਲੰਕਾਰ, ਉਪਮਾ ਅਲੰਕਾਰ, ਰੂਪਕ ਅਲੰਕਾਰ, ਦ੍ਰਿਸ਼ਟਾਂਤ ਅਲੰਕਾਰ, ਲਕੋਕਤੀ ਅਲੰਕਾਰ, ਵਿਰੋਧ ਅਲੰਕਾਰ ਅਤੇ ਸਲੇਸ਼ ਅਲੰਕਾਰ। ਅਨੁਪਰਾਸ ਅਲੰਕਾਰ, ਉਪਮਾ ਅਲੰਕਾਰ, ਰੂਪਕ ਅਲੰਕਾਰ, ਇਹਨਾਂ ਦੀ ਕੋਈ ਪਰਿਭਾਸ਼ਾ ਦਿੱਤੀ ਆ। ਅੱਗੇ ਆ ਗਿਆ ਛੰਦ। ਕਹਿੰਦਾ ਕਿ ਕਵਿਤਾ ਵਿੱਚ ਛੰਦਾਂ ਦਾ ਵੀ ਆਪਣੀ ਕਿਸਮ ਦਾ ਵਿਲੱਖਣ ਹੈ, ਇਹਨਾਂ ਦਾ ਮਹੱਤਵਪੂਰਨ ਸਥਾਨ ਹੈ। ਔਰ ਛੰਦ ਦੀ ਵਰਤੋਂ ਤੋਂ ਬਿਨਾਂ ਵਧੀਆ ਕਵਿਤਾ ਨਹੀਂ ਲਿਖੀ ਜਾ ਸਕਦੀ। ਇਹਦੇ ਵਿੱਚ ਇੱਕ ਵਿਚਾਰ ਵੀ ਕਿਸੇ ਵਿਦਵਾਨ ਨੇ ਦੱਸਿਆ ਵਾ ਕਿ ਪੋਇਟਰੀ ਆਫ ਦਾ ਹਾਈਐਸਟ ਕਾਈਂਡ ਔਰ ਆਰਡਰ ਮੇ ਐਗਜ਼ਿਸਟ ਵਿਦਆਊਟ ਮੀਟਰ, ਕਿ ਬਿਨਾਂ ਭਾਵ ਉੱਤਮ ਛੰਦ ਤੋਂ ਬਿਨਾਂ ਵੀ ਆਪਣੀ ਹਸਤੀ ਕਾਇਮ ਰੱਖ ਸਕਦੀ ਹੈ। ਅੱਗੇ ਆ ਗਿਆ ਭਾਸ਼ਾ ਤੱਤ। ਭਾਸ਼ਾ ਦਾ ਵੀ ਬਹੁਤ ਜ਼ਰੂਰੀ ਤੱਤ ਹੈ, ਕਿਉਂਕਿ ਜਿਹੜੇ ਕਵੀ ਜਿਹੜੀ ਭਾਸ਼ਾ ਤੋਂ ਚੰਗੀ ਤਰ੍ਹਾਂ ਜਾਣੂ ਹੋਊਗਾ ਉਹਦੇ ਵਿੱਚ ਹੀ ਆਪਣੀਆਂ ਕਵਿਤਾਵਾਂ ਲਿਖੂਗਾ। ਹਰੇਕ ਕਵੀ ਦੀ ਆਪਣੀ ਆਪਣੀ ਬੋਲੀ ਤੇ ਭਾਸ਼ਾ ਹੁੰਦੀ ਆ, ਉਹ ਆਪਣੀ ਆਪਣੀ ਬੋਲੀ ਤੇ ਭਾਸ਼ਾ ਨੂੰ ਦੇ ਅਨੁਸਾਰ ਹੀ ਆਪਣੀਆਂ ਜਿਹੜੀਆਂ ਕਵਿਤਾਵਾਂ ਲਿਖਦਾ। ਸ਼ੈਲੀ, ਸ਼ੈਲੀ ਮਤਲਬ ਹੁੰਦਾ ਸਟਾਈਲ। ਸਟਾਈਲ ਮਤਲਬ ਇਹ ਲਤੀਨੀ ਭਾਸ਼ਾ ਦੇ ਸਟਾਈਲਸ ਤੋਂ ਬਣਿਆ, ਜਿਸ ਦਾ ਅਰਥ ਹੈ ਲਿਖਣ ਦਾ ਤਰੀਕਾ, ਢੰਗ ਤਰੀਕਾ। ਯਾਨੀ ਕਿ ਜਦੋਂ ਕਵਿਤਾ ਨੂੰ ਹਰੇਕ ਕਵੀ ਆਪਣੇ, ਜਿਸ ਤਰ੍ਹਾਂ ਹਰੇਕ ਇਨਸਾਨ ਦਾ ਕੱਪੜੇ ਪਾਉਣ ਦਾ ਆਪਣਾ ਢੰਗ ਤਰੀਕਾ ਹੁੰਦਾ, ਉਸੇ ਤਰ੍ਹਾਂ ਹਰੇਕ ਕਵੀ ਦਾ
ਜਿਹੜਾ ਵਾ ਕੀ ਇਹਨੂੰ ਕਹਿੰਦੇ ਆ, ਕਵਿਤਾਵਾਂ ਲਿਖਣ ਦਾ ਢੰਗ ਤਰੀਕਾ ਅਲੱਗ-ਅਲੱਗ ਹੁੰਦਾ। ਕਦੀ ਕਿਸੇ ਦੀਆਂ ਕਵਿਤਾਵਾਂ ਇੱਕ ਦੂਜੇ ਨਾਲ ਨਹੀਂ ਰਲਦੀਆਂ। ਅੱਗੇ ਆ ਗਿਆ ਕਵਿਤਾਵਾਂ ਦਾ ਵਰਗੀਕਰਨ। ਇੱਕ ਹੁੰਦੀ ਅੰਤਰਮੁਖੀ ਕਵਿਤਾ, ਦੂਸਰੀ ਹੁੰਦੀ ਬਾਹਰਮੁਖੀ ਕਵਿਤਾ। ਅੰਤਰਮੁਖੀ ਕਵਿਤਾ ਵਿੱਚ ਕਿਹੜੇ ਕਿਸਮ ਦੇ ਹੁੰਦੇ ਆ? ਦਾਰਸ਼ਨਿਕ ਦੇ ਵਿਚਾਰਾਤਮਕ ਕਿਸਮ ਦੇ ਗੀਤ, ਸੰਬੋਧਨ ਗੀਤ, ਦੁਖਾਂਤ ਗੀਤ, ਪ੍ਰੇਮ ਗੀਤ, ਵਿਅੰਗ ਗੀਤ ਤੇ ਵਰਣਾਤਮਕ ਗੀਤ। ਉਸ ਤੋਂ ਬਾਅਦ ਜਿਹੜੀ ਬਾਹਰਮੁਖੀ ਕਵਿਤਾ ਵਾ ਉਹਦੇ ਵਿੱਚ ਵਰਣਾਤਮਕ ਕਵਿਤਾ, ਨਾਟਕ ਕਵਿਤਾ, ਪੱਛਮ ਵਿੱਚ ਵਰਣਾਤਮਕ ਕਵਿਤਾ ਦੇ ਅੱਗੋਂ 4 ਭਾਗ ਆ, ਜਿਵੇਂ ਬੈਲੇਡ, ਮਹਾਕਾਵ, ਰੋਮਾਂਸ, ਯਥਾਰਥਵਾਦੀ। ਔਰ ਨਾਟਕੀ ਕਵਿਤਾ ਹੁੰਦੀ ਆ, ਉਹਦੇ ਵਿੱਚ ਨਾਟ ਗੀਤ, ਨਾਟ ਕਥਾ, ਨਾਟਕਿਕ ਪਾਤਰੀ ਕਵਿਤਾ। ਭਾਰਤੀ ਵਿਦਵਾਨਾਂ ਨੇ ਕਵਿਤਾ ਦੇ 2 ਭੇਦ ਮੰਨੇ, ਦ੍ਰਿਸ਼ ਕਾਵ ਤੇ ਸ਼੍ਰਵ ਕਾਵ। ਦ੍ਰਿਸ਼ ਕਾਵ ਦੇ ਵੀ ਅੱਗੋਂ 2 ਰੂਪ ਨੇ, ਰੂਪਕ ਤੇ ਉਪਰੂਪਕ। ਸ਼ਿਵ ਕਾਵ ਦੇ ਅੱਗੋਂ 2 ਰੂਪ ਹੈ, ਪਦ ਕਾਵ ਤੇ ਗਦ ਕਾਵ। ਨੈਕਸਟ ਆ ਜਾਓ ਕਵਿਤਾ ਦਾ ਸਰੂਪ ਤੇ ਮਹੱਤਤਾ। ਇਹਦਾ ਜਿਹੜਾ ਸਰੂਪ ਆ, ਕਵਿਤਾ ਦੇ ਵਸਤੂ ਜਗਤ, ਰੂਪਕ ਜਗਤ ਤੇ ਪ੍ਰਗਟਾ ਜਗਤ ਦੇ ਨਿਯਮਾਂ ਤੇ ਅਸੂਲਾਂ ਨੂੰ ਲਿਆਏ ਯੁਕਤ ਢੰਗ ਨਾਲ ਨਿਸ਼ਚਿਤ ਕਰਨ ਦੇ ਉਪਰਾਲੇ ਦਾ ਨਾਮ ਹੈ ਕਵਿਤਾ ਸਿਧਾਂਤ। ਔਰ ਇਤਿਹਾਸਕ ਪਿਛੋਕੜ ਕੀ ਆ? ਆਰੰਭਕ ਕਾਲ ਇਹਦਾ ਕਿਹੜਾ ਵਾ? ਆਰੰਭਕ ਕਾਲ ਵਿੱਚ ਬਹੁਤ ਜ਼ਿਆਦਾ ਆਲੋਚਨਾ ਵਾ, ਕਿਉਂਕਿ ਕੁਝ ਕਵੀ ਇਹਨੂੰ ਆਰੰਭਕ ਕਾਲ ਦਾ ਸਮਾਂ ਹੋਰ ਦੱਸਦੇ ਆ, ਕੁਝ ਕਵੀ ਜਿਹੜੇ ਹੋਰ ਕਹਿੰਦੇ ਆ। ਵਿਕਾਸ ਕਾਲ ਕਹਿੰਦਾ ਕਿ ਇਸ ਤੋਂ ਬਾਅਦ ਇਹਦਾ ਅਲੰਕਾਰ ਸਿਧਾਂਤ ਦੀ ਸਥਾਪਨਾ ਹੋਈ। ਇਸ ਕਾਲ ਵਿੱਚ 2 ਪ੍ਰਕਾਰ ਦੇ ਆਲੋਚਕ ਹੋਂਦ ਵਿੱਚ ਆਏ, ਇੱਕ ਅਲੰਕਾਰੀਵਾਦੀ ਔਰ ਰੀਤੀ ਸਿਧਾਂਤ। ਸਥਾਪਨਾ ਕਾਲ, ਪ੍ਰਤੀਕਿਰਿਆ ਕਾਲ, ਸਵੈ ਸਮਨਵੈ ਕਾਲ, ਵਿਆਖਿਆ ਕਾਲ। ਅੱਗੇ ਆ ਗਿਆ ਰਸ ਪ੍ਰਣਾਲੀ। ਕਹਿੰਦਾ ਕਿ ਭਾਰਤੀ ਕਾਵ ਸ਼ਾਸਤਰ ਵਿੱਚ ਰਸ ਪ੍ਰਣਾਲੀ ਦਾ ਇੱਕ ਵਿਸ਼ੇਸ਼ ਮਹੱਤਵ ਹੈ। ਰਸ ਨੂੰ ਕਾਵ ਦੀ ਆਤਮਾ ਕਿਹਾ ਗਿਆ, ਕਿਉਂਕਿ ਜੇਕਰ ਕਵਿਤਾ ਨੂੰ ਪੜ੍ਹ ਕੇ ਕੋਈ ਰਸ ਹੀ ਨਹੀਂ ਮਿਲੂਗਾ, ਭਾਵੇਂ ਉਹ ਦੁੱਖ ਵਾਲਾ ਹੋਵੇ, ਹਾਸੇ ਵਾਲਾ ਹੋਵੇ, ਜਾਂ ਡਰ ਵਾਲਾ ਹੋਵੇ, ਹੈਰਾਨੀ ਵਾਲਾ ਹੋਵੇ, ਜਾਂ ਕੋਈ ਵੀ ਰਸ ਹੋਵੇ, ਰੋਣ ਵਾਲਾ ਹੋਵੇ, ਜਾਂ ਸ਼ੌਂਕ ਰਸ ਹੋਵੇ, ਜਾਂ ਵੀਰ ਰਸ ਹੋਵੇ, ਤੇ ਫਿਰ ਕਵਿਤਾ ਦਾ ਤਾਂ ਕੋਈ ਫਾਇਦਾ ਹੀ ਨਹੀਂ। ਭਾਵ ਦਾ ਅਰਥ ਹੈ ਮਨੁੱਖੀ ਮਨ ਅੰਦਰ ਸਥਾਈ ਭਾਵ, ਵਿਭਾਵ, ਜਿਨ੍ਹਾਂ ਵਰਣਨਯੋਗ ਵਸਤੂਆਂ ਦਾ ਗਿਆਨ, ਉਹਨਾਂ ਵਸਤੂਆਂ ਦੇ ਜਜ਼ਬਾਤ ਤੇ ਮਨੋਭਾਵ ਪੈਦਾ ਕਰਨ ਦੀ ਸ਼ਕਤੀ, ਇਸ ਨੂੰ ਵਿਭਾਵ ਕਹਿੰਦੇ ਆ। ਅਨੁਭਾਵ ਉਹਨਾਂ ਤੱਤਾਂ ਨੂੰ ਕਿਹਾ ਗਿਆ ਹੈ ਜਿਹੜੇ ਵਿਭਾਵ ਅਲੰਬਨ ਅਤੇ ਉਦੀਪਨ ਦੁਆਰਾ ਸ਼ਹਿਦ ਦੇ ਮਨ ਵਿੱਚ ਪੈਦਾ ਹੁੰਦੇ ਆ। ਨੈਕਸਟ ਆ ਜਾਓ ਸ਼ਿੰਗਾਰ ਰਸ। ਕਹਿੰਦਾ ਸ਼ਿੰਗਾਰ ਰਸ ਦੀ ਉਤਪਤੀ ਜਿਹੜੀ ਪੰਜਾਬੀ ਕਵਿਤਾ ਵਿੱਚ ਹੋਈ। ਸ਼ਿੰਗਾਰ ਰਸ ਦਾ ਸ਼ੌਂਕ, ਹਾਸ ਰਸ, ਜਿਨ੍ਹਾਂ ਕਵਿਤਾਵਾਂ ਨੂੰ ਪੜ੍ਹ ਕੇ ਇੱਕ ਵੱਖਰਾ ਜਿਹਾ ਰੰਗ ਉੱਭਰ ਕੇ ਆਉਂਦਾ ਵਾ, ਜਿਵੇਂ ਕਿ ਹਾਸਾ ਆਉਂਦਾ ਵਾ। ਕਰੁਣਾ ਰਸ ਮੈਂ ਪਹਿਲੇ ਵੀ ਪੜ੍ਹ ਦਿੱਤਾ, ਵਿਛੋੜੇ ਦਾ, ਜਿਹਦੇ ਵਿੱਚ ਵਿਛੋੜੇ ਵਾਲੀਆਂ ਕਵਿਤਾਵਾਂ ਹੁੰਦੀਆਂ। ਵੀਰ ਰਸ, ਜੰਗਨਾਮੇ, ਵੀਰਦਾਸ ਰਸ, ਹੈਰਾਨੀ ਵਾਲੇ, ਅਦਭੁਤ ਰਸ। ਵੀਰਦਾਸ ਹੁੰਦੇ ਆ ਡਰਾਉਣੇ, ਔਰ ਅਦਭੁਤ ਰਸ ਹੁੰਦੇ ਆ ਜਿਹੜੇ ਹੈਰਾਨੀ ਵਾਲੇ ਹੁੰਦੇ, ਜਿਹੜੀ ਕਿਸੇ ਚੀਜ਼ ਦਾ ਦ੍ਰਿਸ਼ ਨੂੰ ਦੇਖ ਕੇ ਹੈਰਾਨੀ ਹੋਈ ਹੋਵੇ। ਰੌਦਰ ਰਸ, ਜਿਹਦੇ ਵਿੱਚ ਕਿਸੇ ਨੂੰ ਗੁੱਸਾ ਜਾਂ ਕ੍ਰੋਧ ਵਿਖਾਇਆ ਹੋਵੇ। ਜਿਸ ਤਰ੍ਹਾਂ ਲਿਖੀ ਕਵਿਤਾ, ਕਿੰਨਾ ਕੋ ਕੇ ਮਾਰਿਆ ਵੀਰ ਮੇਰਾ, ਮੈਂ ਤਾਂ ਖੂਨ ਵੀਰ ਦੀਆਂ ਜੁੰਡੀਆਂ ਨੀ, ਧੱਕਾ ਜਾਨ ਵਲਾਇਤ ਦੇਸ਼ ਸਾਰੇ, ਪਾਵਾਂ ਬੱਕਰੇ ਵਾਂਗ ਵੰਡੀਆਂ ਨੀ, ਚੂੜੇ ਲਹਿਣਗੇ ਬਹੁਤ ਸੁਹਾਗਣਾ ਦੇ, ਨੱਥ ਚੌਂਕੇ ਵਾਲੀਆਂ ਡੰਡੀਆਂ ਨੀ, ਸ਼ਾਹ ਮੁਹੰਮਦਾ ਪਹਿਨਗੇ ਵੈਣ ਡੂੰਘੇ, ਜਦੋਂ ਹੋਣ ਪੰਜਾਬਣਾ ਰੰਡੀਆਂ। ਇਹ ਹੈਗਾ ਸੀ ਕਿਸੇ ਦੇ ਗੁੱਸੇ ਦੇ ਵਿੱਚ ਲਿਖੀ ਗਈ। ਭਿਆਨਕ ਰਸ, ਇਹਦੇ ਵਿੱਚ ਡਰ ਆ, ਇਹਦੀ ਉਤਪਤੀ ਕਿਸੇ ਭਿਆਨਕ ਜਾਂ ਡਰਾਉਣੇ ਦ੍ਰਿਸ਼ ਤੋਂ ਹੋਈ ਆ। ਸ਼ਾਂਤ ਰਸ, ਜਿਹਨੂੰ ਆਪਾਂ ਪੜ੍ਹ ਕੇ ਇੱਕ ਆਨੰਦ ਜਿਹਾ ਆਉਂਦਾ, ਮਨ ਨੂੰ ਸ਼ਾਂਤੀ ਮਿਲੀ ਆ। ਜਿਸ ਤਰ੍ਹਾਂ ਆਨੰਦ ਸਾਹਿਬ ਲਿਖਿਆ ਗਿਆ ਸੀ, ਉਹਨੂੰ ਪੜ੍ਹ ਕੇ ਜਿੰਨੀ ਵਾਰੀ ਵੀ ਪੜ੍ਹੀਏ ਮਨ ਨੂੰ ਆਨੰਦ ਆਉਂਦਾ ਵਾ, ਉਹਨੂੰ ਕਹਿੰਦੇ ਆਨੰਦ ਸਾਹਿਬ। ਅੱਗੇ ਆ ਗਿਆ ਸਧਾਰਨੀਕਰਨ। ਸਧਾਰਨੀਕਰਨ ਦੇ ਵਿੱਚ ਰਹੱਸਵਾਦੀਆਂ ਨੇ ਇਹ ਚਰਚਾ ਕੀਤੀ ਕਿ ਦਰਸ਼ਕ ਜਾਂ ਸਰੋਤੇ ਨੂੰ ਕਾਵਿ ਦਾ ਵਸਤੂ ਵਿੱਚੋਂ ਆਨੰਦ ਪ੍ਰਾਪਤ ਹੁੰਦਾ ਹੈ। ਸ਼੍ਰੀ ਰਾਮ ਚੰਦਰ, ਸੀਤਾ ਜਾਂ ਲਛਮਣ ਵਰਗੇ ਪਾਤਰ ਵਿਸ਼ੇਸ਼ ਪ੍ਰਕਾਰ ਦਾ ਜੀਵਨ ਜਿਉਂਦੇ ਹਨ। ਇਸ ਕਾਰਨ ਉਹਨਾਂ ਨੂੰ ਪ੍ਰੇਮ, ਸ਼ੌਕ ਜਾਂ ਉਤਸ਼ਾਹ ਆਦਿਕ ਭਾਵ ਪ੍ਰਾਪਤ ਹੁੰਦੇ ਹਨ।
ਪਰੰਤੂ ਰਮਾਇਣ ਨੂੰ ਰੰਗਮੰਚ ਉੱਪਰ ਵੇਖਣ ਨਾਲ ਆਮ ਆਦਮੀਆਂ ਦੇ ਹਿਰਦੇ ਵਿੱਚ ਇਹ ਕਿਵੇਂ ਜਾਗਰਤ ਹੋ ਜਾਂਦੇ ਹਨ, ਇਹ ਉਹਨਾਂ ਦੇ ਨਿੱਜੀ ਜੀਵਨ ਵਿੱਚ ਤਾਂ ਰਮਾਇਣ ਵਰਗੀ ਕੋਈ ਵੀ ਘਟਨਾ ਨਹੀਂ ਵਾਪਰਦੀ। ਇਸ ਕਰਕੇ ਰਹੱਸਵਾਦੀਆਂ ਨੇ ਕਿਹਾ ਹੈ ਕਿ ਰਮਾਇਣ ਨੂੰ ਰੰਗਮੰਚ ਉੱਪਰ ਦੇਖਣ ਸਮੇਂ ਦਰਸ਼ਕਾਂ ਦੀ ਸ਼ਖਸੀਅਤ ਅਤੇ ਭਾਵਾਂ ਦਾ ਸੁਧਾਰੀਕਰਨ ਹੋ ਜਾਂਦਾ ਹੈ। ਯਾਨੀ ਕਿ ਜਦੋਂ ਕਿਸੇ ਰਾਮਲੀਲਾ ਦੇਖਦੇ ਆ ਤੇ ਉਹਨਾਂ ਦੇ ਰਾਮਲੀਲਾ ਦੇਖ ਕੇ ਉਹਨਾਂ ਦੇ ਮਨ ਵਿੱਚ ਬਦੋ ਬਦੀ ਉਸ ਤਰ੍ਹਾਂ ਦੇ ਵਿਚਾਰ ਪੈਦਾ ਹੋ ਜਾਂਦੇ ਆ। ਨੈਕਸਟ ਹੈਗਾ ਅਲੰਕਾਰ ਸੰਪਰਦਾਇ ਅਥਵਾ ਅਲੰਕਾਰ ਸਿਧਾਂਤ। ਵਕ੍ਰੋਕਤੀ ਸੰਪਰਦਾਇ ਅੱਗੇ ਹੈਗਾ ਸੰਪਰਦਾਇ, ਇਹਦੇ ਤੁਸੀਂ ਖੁਦ ਤਿਆਰ ਕਰਨੇ ਆ। ਮਧੁਰ ਗੁਣ, ਉਜ ਗੁਣ, ਪ੍ਰਸਾਦ ਗੁਣ। ਰੀਤੀ ਸੰਪਰਦਾਇ ਦੇ ਅੱਗੋਂ ਪਾਠ ਨੇ ਮਧੁਰ ਗੁਣ, ਉਜ ਗੁਣ, ਪ੍ਰਸਾਦ ਗੁਣ। ਵਿਆਵਰਤੀ ਰੀਤੀ, ਗੌੜੀ ਰੀਤੀ, ਪੰਚਾਲੀ। ਅੱਗੇ ਹੈਗਾ ਧੁਨੀ ਸੰਪਰਦਾਇ। ਜਿਹੜੀ ਧੁਨੀ ਜਿਹੜੀ ਹੈਗੀ ਨਾ, ਧੁਨੀ ਸਿਧਾਂਤ ਦੀ ਸਥਾਪਨਾ ਦੇ ਸੰਬੰਧਕ ਵਿੱਚ ਦੋ ਵੱਖ-ਵੱਖ ਵਿਚਾਰ ਆ। ਇਸ ਸਿਧਾਂਤ ਬਾਰੇ ਜੋ ਸਮੱਗਰੀ ਪ੍ਰਾਪਤ ਉਸ ਦੇ ਆਧਾਰ ਤੇ ਆਨੰਦਵਰਧਨ ਨੂੰ ਹੀ ਇਸ ਸਿਧਾਂਤ ਦਾ ਮੋਢੀ ਮੰਨਿਆ ਗਿਆ। ਜੇਕਰ ਕੁਐਸਚਨ ਆ ਜਾਏ ਕਿ ਧੁਨੀ ਸੰਪਰਦਾਇ ਦਾ ਮੋਢੀ ਕੌਣ ਹੈ, ਤੁਸੀਂ ਲਿਖਣਾ ਆਨੰਦਵਰਧਨ। ਧੁਨੀ ਦਾ ਸਰੂਪ ਆਚਾਰਿਆ ਆਨੰਦਵਰਧਨ ਨੇ ਧੁਨੀ ਸੰਪਰਦਾਇ ਦੇ ਮਾਧਿਅਮ ਦੁਆਰਾ ਸ਼ਬਦ ਤੇ ਅਰਥ ਦੇ ਪਰਸਪਰ ਸੰਬੰਧਾਂ ਦੀ ਚਰਚਾ ਕੀਤੀ। ਉਸ ਅਨੁਸਾਰ ਹਰ ਸ਼ਬਦ ਦੇ 3 ਪ੍ਰਕਾਰ ਦੇ ਹੁੰਦੇ: ਅਭਿਧਿਆ ਸ਼ਬਦ, ਆਭਿਆ ਸ਼ਬਦ, ਲੱਖਣਾ ਯਾਨੀ ਕਿ ਲੱਛਣਾ ਤੇ ਵਿਅੰਜਨਾ। ਅੱਗੇ ਆ ਗਿਆ ਵਿਅੰਜਨ ਅਰਥ। ਉਹ 4 ਤਰ੍ਹਾਂ ਦੇ ਆ, ਜਿਵੇਂ ਕਿ ਉੱਤਮ ਕਾਵ, ਮੱਧਮ ਕਾਵ ਤੇ ਅਦਬ ਕਾਵ। ਧੁਨੀ ਦੇ ਭੇਦ। ਧੁਨੀ 3 ਤਰ੍ਹਾਂ ਦੀ: ਵਸਤੂ ਧੁਨੀ, ਅਲੰਕਾਰ ਧੁਨੀ ਤੇ ਰਸ ਧੁਨੀ। ਔਚਿਤਯ ਪ੍ਰਣਾਲੀ ਕੀ ਹੁੰਦੀ ਆ? ਔਚਿਤਯ ਪ੍ਰਣਾਲੀ ਦੀ ਪਰਿਭਾਸ਼ਾ ਕਹਿੰਦਾ ਜਿਹੜੇ ਵਿਦਵਾਨ ਆ ਨਾ, ਉਹਨਾਂ ਨੇ ਔਚਿਤਯ ਨੂੰ ਰਸ ਸਿੱਧ ਕਾਵ ਦਾ ਸਥਿਰ ਜੀਵਤ ਕਿਹਾ। ਇਸ ਤੋਂ ਪਹਿਲਾਂ ਆਨੰਦਵਰਧਨ ਨੇ ਔਚਿਤਯ ਨੂੰ ਰਸ ਦਾ ਪਗ ਉਪਨਿਸ਼ਟ ਕਿਹਾ ਹੈ। ਆਚਾਰਿਆ ਅਭਿਨਵ ਗੁਪਤ ਨੇ ਔਚਿਤਯ ਦਾ ਮਹੱਤਵ ਸਵੀਕਾਰ ਕਰਦੇ ਕਿਹਾ ਹੈ ਕਿ ਔਚਿਤਯ ਦਾ ਵਿਚਾਰ ਰਸ ਭਾਵ ਆਦਿ ਦੀ ਦ੍ਰਿਸ਼ਟੀ ਤੋਂ ਕੀਤਾ ਜਾ ਸਕਦਾ ਹੈ। ਅਭਿਨਵ ਗੁਪਤ ਨੇ ਕਾਵ ਦੀ ਆਤਮਾ ਰਸ ਮੰਨੀ ਹੈ। ਇਹ ਸਮਝਿਆ ਗਿਆ ਹੈ ਕਿ ਕਾਵ ਦੀ ਆਤਮਾ ਰਸ ਹੈ, ਪਰ ਕਾਵ ਸੁੰਦਰਤਾ ਦਾ ਜ਼ਰੂਰੀ ਤੱਤ ਔਚਿਤਯ ਹੈ। ਕਹਿੰਦਾ ਔਚਿਤਯ ਦਾ ਸਰੂਪ ਕਾਵ ਦੇ ਜੀਵਨ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਔਚਿਤਯ ਦਾ ਅਰਥ ਹੈ ਉਚਿਤ ਦਾ ਭਾਵ। ਔਚਿਤਯ, ਗੁਣ ਔਚਿਤਯ, ਅਲੰਕਾਰ ਔਚਿਤਯ, ਰਸ ਔਚਿਤਯ। ਇਹ 3 ਤਰ੍ਹਾਂ ਦੇ ਹੁੰਦੇ ਆ। ਜਿਹਦੇ ਵਿੱਚ ਗੁਣ ਦਿੱਤੇ ਹੋਣ, ਗੁਣਾਂ ਦੀ ਜਾਣਕਾਰੀ ਹੋਵੇ, ਉਹ ਗੁਣ ਹੋ ਗਿਆ। ਜਿਹਦੇ ਵਿੱਚ ਅਲੰਕਾਰ ਹੋਵੇ, ਉਹ ਅਲੰਕਾਰ ਹੋ ਗਿਆ। ਜਿਹਦੇ ਵਿੱਚ ਆਨੰਦ ਹੋਵੇ, ਉਹ ਰਸ ਹੋ ਗਿਆ। ਅੱਗੇ ਹੈਗਾ ਔਚਿਤਯ ਸਿਧਾਂਤ ਦੀ ਮਹੱਤਤਾ ਕੀ ਆ, ਫਿਰ ਉਹਦੀਆਂ ਪ੍ਰਵਿਰਤੀਆਂ। ਪ੍ਰਵਿਰਤੀਆਂ ਆਪਾਂ ਪੜਾਂਗੇ ਕਿਉਂਕਿ ਉਹਦੇ ਵਿੱਚ ਪ੍ਰਮੁੱਖ ਪ੍ਰਵਿਰਤੀਆਂ ਵੀ ਪੁੱਛੀਆਂ। ਕਹਿੰਦਾ ਆਧੁਨਿਕਤਾ ਇੱਕ ਜੀਵਨ ਦਰਸ਼ਨ ਅਤੇ ਵਿਚਾਰਧਾਰਾ ਦਾ ਨਾਮ ਹੈ। ਇਹ ਜੀਵਨ ਅਤੇ ਜਗਤ ਪ੍ਰਤੀ ਇੱਕ ਵੱਖਰੇ ਅਤੇ ਵਿਗਿਆਪਨ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਕਰਦੀ ਹੈ। ਸ਼ਬਦ ਆਧੁਨਿਕ ਕਾਲਵਾਚੀ ਹੈ ਅਤੇ ਅਰਥਵਾਚੀ ਵੀ। ਕਾਲ ਅਥਵਾ ਸ਼ਬਦ ਸਮੇਂ ਦੇ ਸੰਦਰਭ ਵਿੱਚ ਹਰ ਵਰਤਮਾਨ ਕਿਸੇ ਨਾ ਕਿਸੇ ਪੱਖ ਤੋਂ ਜਾਂ ਕਿਸੇ ਨਾ ਕਿਸੇ ਹੱਦ ਤੱਕ ਆਧੁਨਿਕ ਹੋਣ ਦਾ ਗਿਆਨ ਦਿੰਦਾ ਹੈ। ਅਰਥਵਾਚੀ ਪਰਿਪੇਖ ਵਿੱਚ ਸ਼ਬਦ ਆਧੁਨਿਕ ਦਾ ਸੰਬੰਧ ਇੱਕ ਵਿਸ਼ੇਸ਼ ਪ੍ਰਕਾਰ ਦੀ ਬੌਧਿਕਤਾ, ਮਾਨਸਿਕਤਾ ਅਤੇ ਭਾਵੁਕਤਾ ਨਾਲ ਹੈ। ਆਧੁਨਿਕਤਾ ਦਾ ਪ੍ਰਮੁੱਖ ਲੱਛਣ ਇਹ ਹੈ ਕਿ ਇਸ ਸੰਕਲਪ ਅਧੀਨ ਅਜੋਕਾ ਕਵੀ, ਸਾਹਿਤਕਾਰ ਮਨੁੱਖੀ ਜੀਵਨ ਦੀਆਂ ਸਮੂਹਿਕ ਜਟਿਲਤਾਵਾਂ ਅਤੇ ਇਸਦੇ ਸਾਰੇ ਅੰਦਰੂਨੀ ਵਿਰੋਧਾਂ ਦੇ ਹੁੰਦਿਆਂ ਹੋਇਆਂ ਵੀ ਇਸ ਜੀਵਨ ਨੂੰ ਇਕਾਗਰ ਰੂਪ ਵਿੱਚ ਵੇਖਣ ਅਤੇ ਸਮਝਣ ਦਾ ਉਪਰਾਲਾ ਕਰਦਾ। ਅੱਗੇ ਆਧੁਨਿਕਤਾ ਦੀ ਪਰੰਪਰਾ ਕੀ ਆ, ਇਹ ਪੁਆਇੰਟ ਹੀ ਆ, ਤੁਸੀਂ ਖੁਦ ਕਰਨੇ ਆ। ਰਹੱਸਵਾਦੀ ਪ੍ਰਵਿਰਤੀ, ਜਿਹਦੇ ਵਿੱਚ ਰਹੱਸ ਛੁਪਿਆ ਹੋਵੇ, ਅਧਿਆਤਮਵਾਦੀ ਜਿਹੜੀਆਂ ਹੋਣ, ਉਹਨੂੰ ਆਪਾਂ ਕਹਾਂਗੇ ਰਹੱਸ, ਜਿਨ੍ਹਾਂ ਦਾ ਕੋਈ ਰਹੱਸ ਨਹੀਂ ਜਾਣ ਸਕਿਆ, ਜਾਣੀ ਕਿ ਕੁਦਰਤੀ ਸ਼ਕਤੀਆਂ ਨਾਲ ਰਿਲੇਟਡ। ਰੋਮਾਂਟਿਕ ਪ੍ਰਵਿਰਤੀ, ਇਹ ਸਾਰੀਆਂ ਪ੍ਰਵਿਰਤੀਆਂ ਹੀ ਜਿਹੜੀਆਂ। ਰੋਮਾਂਸਵਾਦੀ ਪ੍ਰਵਿਰਤੀ,
ਪ੍ਰਗਤੀਵਾਦੀ ਪ੍ਰਵਿਰਤੀ, ਕਿਉਂਕਿ ਨਾ ਪ੍ਰਵਿਰਤੀਆਂ ਪੁੱਛੀਆਂ ਨੇ ਉਹਨਾਂ ਦੇ ਨਾਮ ਆ। ਪ੍ਰਯੋਗਵਾਦੀ ਪ੍ਰਵਿਰਤੀ, ਪ੍ਰਯੋਗਸ਼ੀਲ ਨੂੰ ਆਪਾਂ ਪ੍ਰਯੋਗਵਾਦੀ, ਨਾ ਪ੍ਰਗਤੀਵਾਦੀ ਤੇ ਜੁਝਾਰਵਾਦੀ। ਨੈਕਸਟ ਆ ਗਿਆ ਪੰਜਾਬੀ ਕਵਿਤਾ ਵਿੱਚ ਨਵੇਂ ਝੁਕਾਅ ਕਿਹੜੇ ਨੇ। ਕਹਿੰਦਾ ਆਧੁਨਿਕ ਕਾਲ ਵਿੱਚ ਜਿਹੜੀ ਪੰਜਾਬੀ ਕਵਿਤਾ ਦੇ ਵਿੱਚ ਕੁਝ ਨਵੇਂ ਝੁਕਾਅ ਵੇਖੇ ਜਾ ਸਕਦੇ ਆ। ਇਹਨਾਂ ਝੁਕਾਵਾਂ ਵਿੱਚ ਅਜੇ ਤੱਕ ਵਿਅਕਤੀਵਾਦੀ ਸੁਰ ਦੀ ਤਰਜਮਾਨੀ ਹੀ ਹੋਈ ਵੇਖੀ ਜਾਂਦੀ ਹੈ ਅਤੇ ਇਹਨਾਂ ਵਿੱਚ ਕੋਈ ਸ਼ਕਤੀਸ਼ਾਲੀ ਪ੍ਰਵਿਰਤੀ ਵਾਲੀ ਕਾਵਿਧਾਰਾ ਦੇ ਪੈਦਾ ਹੋਣ ਵਿੱਚ ਸਮਾਂ ਲੱਗੇਗਾ। ਜਿਸ ਪ੍ਰਕਾਰ ਦੀਆਂ ਅਨੁਭੂਤੀਆਂ ਵਿੱਚੋਂ ਅੱਜ ਅਸੀਂ ਜੂਝ ਰਹੇ ਹਾਂ ਉਹ ਬੜੀਆਂ ਹੀ ਜਟਿਲ ਔਖੀਆਂ ਨੇ। ਇਹਨਾਂ ਨਵੀਨ ਅਨੁਭੂਤੀਆਂ ਦਾ ਮੁਲਾਂਕਣ ਪੁਰਾਣੇ ਸ਼ਾਸਤਰੀ ਨਿਯਮਾਂ ਦੇ ਆਧਾਰ ਤੇ ਨਹੀਂ ਕੀਤਾ ਜਾ ਸਕਦਾ। ਇਸ ਨਵੀਨ ਝੁਕਾਅ ਨੂੰ ਪ੍ਰਗਟ ਕਰਨ ਵਾਲੇ ਕਵੀਆਂ ਵਿੱਚ ਡਾਕਟਰ ਹਰਭਜਨ ਸਿੰਘ, ਸੋਹਣ ਸਿੰਘ, ਮਿਸ਼ਾ, ਜੋਗਾ ਸਿੰਘ, ਮੋਹਨਜੀਤ, ਸ਼ਿਵ ਕੁਮਾਰ, ਅਜਾਇਬ ਕਮਲ, ਅਜਮੇਰ, ਹਰਨਾਮ, ਜਸਬੀਰ, ਆਲੂਵਾਲੀਆ, ਇਹ ਸਾਰੇ ਇਹਨਾਂ ਦੀ ਝੁਕਾਅ ਵਾਲੀਆਂ ਕਵਿਤਾਵਾਂ। ਸਨਕ ਦੀ ਭਾਵਨਾ ਵਾਲੀ ਧਾਰਾ, ਇਹ ਇਹਨਾਂ ਨੇ ਇੱਕ ਪੁਆਇੰਟ ਦਿੱਤੇ ਆ। ਵਿਅਕਤਿਕ ਤੱਤਾਂ ਦੀ ਪਰਿਭਾਸ਼ਾ, ਕਹਿੰਦਾ ਕਿ ਕੁਝ ਜਿਹੜੇ ਕਵੀ ਸੀ, ਅੱਜ ਦਾ ਮਨੁੱਖ ਆਪਣੇ ਆਪ ਵਿੱਚ ਖੰਡਿਤ ਤੇ ਅਪੂਰਨ ਸਮਝਦਾ ਹੈ। ਉਹ ਸਦਾ ਸੰਪਰਕ ਅਨੁਭੂਤੀ ਨਾਲ ਹੀ ਬਾਹਰੀ ਜਗਤ ਦੀ ਪਹਿਚਾਣ ਕਰਦਾ ਹੈ। ਇਸ ਪਹਿਚਾਣ ਦੀ ਪ੍ਰਮਾਣਿਕਤਾ ਤੇ ਸਾਰਥਕਤਾ ਨੂੰ ਵਿਅਕਤੀਵਾਦੀ ਨਜ਼ਰੀਏ ਤੋਂ ਸਥਾਪਿਤ ਕੀਤਾ ਜਾਂਦਾ। ਹਰਭਜਨ ਸਿੰਘ, ਜਗਤਾਰ ਮਿੰਦਰ, ਰਵਿੰਦਰ ਰਵੀ ਤੇ ਮੋਹਨਜੀਤ ਗੁਰਮੇਲ, ਸ਼ਿਵ ਕੁਮਾਰ ਦੀ ਕਵਿਤਾ ਵਿੱਚ ਇਸ ਪ੍ਰਕਾਰ ਦੀ ਪਛਾਣ ਕੀਤੀ ਜਾ ਸਕਦੀ ਹੈ। ਅਮੂਰਤ ਵੱਲ ਝੁਕਾਅ, ਇਹ ਅਸੀਂ ਕੁਝ ਕਰਨਾ ਹੈ। ਅਰਥਹੀਨਤਾ ਦਾ ਬੋਧ, ਮਨੋਵਿਗਿਆਨਿਕ ਪ੍ਰਵਿਰਤੀ, ਆਧੁਨਿਕ ਕਵਿਤਾ ਵਿੱਚ ਮਿੰਨੀ ਕਵਿਤਾ ਲਿਖਣ ਦੀ ਪ੍ਰਵਿਰਤੀ। ਇਹ ਕੁਐਸਚਨ ਆ ਸਕਦਾ ਹੈ ਕਿ ਆਧੁਨਿਕ ਕਵਿਤਾ ਵਿੱਚ ਮਿੰਨੀ ਕਵਿਤਾ ਕਿਵੇਂ ਲਿਖੀ ਜਾਂਦੀ ਆ, ਛੋਟੀ ਕਵਿਤਾ। ਕਹਿੰਦਾ ਮਿੰਨੀ ਕਵਿਤਾ ਮਿੰਨੀ ਕਹਾਣੀ ਦੀ ਪਿਰਤ ਅਜੋਕੇ ਵਿਗਿਆਨਿਕ ਯੁੱਗ ਵਿੱਚ ਦਿਨੋ ਦਿਨ ਅੱਗੇ ਵੱਧ ਰਹੀ ਪ੍ਰਤੀਤ ਹੁੰਦੀ ਹੈ। ਮਿੰਨੀ ਕਵਿਤਾ ਅਜੋਕੇ ਸਮੇਂ ਦਾ ਇੱਕ ਅਜਿਹਾ ਕਾਵਿ ਰੂਪ ਹੈ ਜਿਸ ਨੂੰ ਵਿਕਸਿਤ ਹੋਣ ਵਿੱਚ ਅਜੇ ਸਮਾਂ ਲੱਗੇਗਾ। ਇਸ ਕਵਿਤਾ ਵਿੱਚ ਸੰਕਟਗ੍ਰਸਤ, ਦਵੰਦਾਤਮਕ ਅਤੇ ਸਮਕਾਲੀ ਸਥਿਤੀ ਦੀ ਝਲਕ ਨਜ਼ਰ ਆਉਂਦੀ ਹੈ। ਇੱਥੇ ਇਹ ਵਰਣਨਯੋਗ ਹੈ ਕਿ ਛੋਟੀ ਕਵਿਤਾ ਤੇ ਮਿੰਨੀ ਕਵਿਤਾ ਵਿੱਚ ਬਹੁਤ ਅੰਤਰ ਹੈ। ਆਕਾਰ ਦੀ ਸੋਝੀ ਕਾਰਨ ਇਹਨਾਂ ਵਿੱਚ ਕੋਈ ਵੀ ਅੰਤਰ ਨਜ਼ਰ ਨਹੀਂ ਆਉਂਦਾ। ਅਸਲ ਵਿੱਚ ਮਿੰਨੀ ਕਵਿਤਾ ਦੇ ਮਾਪਦੰਡ ਨੂੰ ਹਾਲੀ ਸਥਾਪਿਤ ਹੋਣ ਵਿੱਚ ਸਮਾਂ ਲੱਗੇਗਾ। ਮਿੰਨੀ ਕਵਿਤਾ ਦੇ ਨਿਰੋਲ ਕਾਵਿ ਸੰਗ੍ਰਹਿ ਅਜੇ ਘੱਟ ਨੇ। ਕਹਿੰਦਾ 1959 ਵਿੱਚ ਤਾਰਾ ਸਿੰਘ ਵਿਰਕ ਦਾ ਮਿੰਨੀ ਕਾਵਿ ਸੰਗ੍ਰਹਿ ਧਰਤੀ ਦਾ ਚਿਹਰਾ ਛਪਿਆ ਸੀ। ਅੱਗੇ ਆ ਗਿਆ ਇਕਲਾਪੇ ਦੀ ਭਾਵਨਾ ਦੀ ਪ੍ਰਵਿਰਤੀ, ਰਾਸ਼ਟਰਵਾਦੀ ਪ੍ਰਵਿਰਤੀ, ਸੂਝਵਾਦੀ ਪ੍ਰਵਿਰਤੀ, ਇਹ ਸਾਰੀਆਂ ਪ੍ਰਵਿਰਤੀਆਂ ਫੇਰ ਆ ਗਈਆਂ। ਅਸਤਿਤਵਵਾਦੀ ਪ੍ਰਵਿਰਤੀ, ਪੰਜਾਬੀ ਗਜ਼ਲ ਦੀ ਧਾਰਾ, ਇਹ ਆਪਾਂ ਕਰਾਂਗੇ। ਕਹਿੰਦਾ ਪੰਜਾਬੀ ਗਜ਼ਲ ਦੀ ਪਰੰਪਰਾ ਬੜੀ ਪੁਰਾਣੀ ਹੈ। ਪੰਜਾਬੀ ਦਾ ਪਹਿਲੀ ਗਜ਼ਲ ਗੋ ਮੀਆਂ ਮੁਹੰਮਦ ਬਖਸ਼ ਮਿਰਜ਼ਾ ਗਾਲਿਬ ਦਾ ਸਮਕਾਲੀ ਸੀ। ਇੱਕ ਹੋਰ ਗਜ਼ਗੋ ਸ਼ਾਹ ਮੁਰਾਦ ਉਸ ਤੋਂ ਵੀ ਪੁਰਾਣਾ ਮੰਨਿਆ ਜਾਂਦਾ। ਵਾਰਿਸ ਸ਼ਾਹ ਨੇ ਕੁਝ ਗਜ਼ਲਾਂ ਦੀ ਰਚਨਾ ਕੀਤੀ। ਪੰਜਾਬੀ ਗਜ਼ਲ ਦਾ ਆਰੰਭ 18ਵੀਂ ਸਦੀ ਵਿੱਚ ਹੋ ਗਿਆ। ਉਸ ਸਮੇਂ ਤੱਕ ਉਰਦੂ ਗਜ਼ਲ ਦਾ ਅਜੇ ਤੱਕ ਟੁੱਕ ਨਹੀਂ ਸੀ ਵੱਜਾ। ਇਉਂ ਪੰਜਾਬੀ ਗਜ਼ਲ ਦਾ ਇਤਿਹਾਸ ਉਰਦੂ ਗਜ਼ਲ ਨਾਲੋਂ ਪ੍ਰਾਚੀਨ ਹੈ। ਮਤਲਾ, ਮਕਤਾ, ਜਿਸ ਵਿੱਚ ਕਵੀ ਆਪਣਾ ਉਪਨਾਮ ਵਰਤਦਾ ਹੈ, ਕਾਫੀਆਂ, ਰਦੀਫ ਅਤੇ ਬਾਹਰੀ ਗਜ਼ਲ ਕਾਵਿ ਦੇ ਕੁਝ ਪ੍ਰਮੁੱਖ ਅੰਗ ਹਨ। ਇਹਦੇ ਵਿੱਚ ਜਿਹੜੀ ਆਧੁਨਿਕਤਾ ਸੀ ਉਹ ਪ੍ਰੋਫੈਸਰ ਮੋਹਨ ਸਿੰਘ, ਮੌਲਾ ਬਖਸ਼, ਫਿਰੋਜ਼ਦੀਨ ਸ਼ਰਫ, ਧਨੀ ਰਾਮ ਚਾਤਰ ਨੇ ਲਿਆਂਦੀ। ਭਾਈ ਵੀਰ ਸਿੰਘ, ਫਕੀਰ ਮੁਹੰਮਦ ਫਕੀਰ ਅਤੇ ਵੀ ਦਾਤਾ ਸਿੰਘ ਪੀਰ ਵਰਗੇ ਕਈ ਵੀ ਇਸ ਖੇਤਰ ਵਿੱਚ ਕਾਫੀ ਕੰਮ ਕਰ ਚੁੱਕੇ। ਅੱਗੇ ਆ ਗਿਆ ਸਾਡਾ ਕੁਐਸਚਨ ਹੁੰਦਾ 10 ਮਾਰਕਸ ਦਾ ਕਿ ਭਾਈ ਵੀਰ ਸਿੰਘ ਦਾ ਜੀਵਨ ਦੱਸੋ, ਉਹਦੀਆਂ ਰਚਨਾਵਾਂ ਤੇ ਉਹਨੇ ਪੰਜਾਬੀ ਕਵਿਤਾ ਨੂੰ ਕੀ ਦਿੱਤਾ। ਕਹਿੰਦਾ ਜਿਹੜਾ ਭਾਈ ਵੀਰ ਸਿੰਘ ਆ ਉਹਦੀ ਜੀਵਨ ਰਚਨਾ ਹੇਠ ਲਿਖੀ ਆ। ਭਾਈ ਵੀਰ ਸਿੰਘ ਦਾ ਜਿਹੜਾ ਜਨਮ ਸੀ ਡਾਕਟਰ ਚੰਨੂ ਸਿੰਘ ਦੇ ਘਰ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿਖੇ ਹੋਇਆ।
ਆਪ ਜੀ ਦੀ ਰਸਮੀ ਵਿੱਦਿਆ ਜਿਹੜੀ ਸੀ 10ਵੀਂ ਤੱਕ ਸੀ, ਸਿਰਫ ਇਹਨਾਂ ਨੇ 10ਵੀਂ ਕਲਾਸ ਪੜ੍ਹੀ ਸੀ। ਇਹਨਾਂ ਦਾ ਜਿਹੜਾ ਬਚਪਨ ਸੀ ਉਹ ਧਾਰਮਿਕ, ਸਾਹਿਤਿਕ ਅਤੇ ਸੱਭਿਆਚਾਰਕ ਦੇ ਆਲੇ ਦੁਆਲੇ ਪਲਿਆ। ਕਹਿੰਦਾ ਕਿ 1896 ਤੇ ਉਹਨੇ ਪੰਜਾਬੀ ਸਾਹਿਤ ਰਚਨਾ ਦਾ ਆਰੰਭ ਕੀਤਾ। ਇਹਦੇ ਵਿੱਚ ਆਪ ਜੀ ਨੇ ਕਵਿਤਾ, ਨਾਵਲ, ਨਾਟਕ, ਜੀਵਨੀਆਂ, ਲੇਖ ਰਚਨਾ ਕੀਤੀ ਔਰ ਇਹਨਾਂ ਨੂੰ ਪੰਜਾਬੀ ਕਵਿਤਾ ਦਾ ਪਿਤਾਮਾ ਕਿਹਾ ਜਾਂਦਾ ਹੈ। ਜੇਕਰ ਹੁਣ ਕੁਐਸਚਨ ਆ ਜੇ ਕਿ ਪੰਜਾਬੀ ਕਵਿਤਾ ਦਾ ਪਿਤਾਮਾ ਕੌਣ ਹੈ, ਤੇ ਆਪਾਂ ਲਿਖਾਂਗੇ ਭਾਈ ਵੀਰ ਸਿੰਘ ਜੀ। ਇਹਨਾਂ ਦੀਆਂ ਜਿਹੜੇ ਰਚਨਾਵਾਂ ਪਹਿਲੇ ਹੈਗੀ ਆ ਮਟਕ ਲੁਹਾਰੇ, ਬਿਜਲੀਆਂ ਦੇ ਹਾਰ, ਕੰਬ ਦੀ ਕਲਾਈ, ਕੰਤਸ ਮਹੇਲੀ ਦਾ ਬਾਰਾਮਾ, ਨਨਾਣ ਭਰਜਾਈ, ਰਾਣਾ ਸੂਰਤ ਸਿੰਘ, ਮੇਰੇ ਸਾਈਆਂ ਜੀਓ, ਲਹਿਰਾਂ ਦੇ ਹਾਰ, ਲਹਿਰ ਹੁਲਾਰੇ ਆਦਿ। ਕਹਿੰਦਾ ਕਿ ਜਿਹੜਾ ਹੈਗਾ ਸੀ ਭਾਈ ਵੀਰ ਸਿੰਘ ਨੇ ਆਧੁਨਿਕ ਕਵਿਤਾ ਨੂੰ ਨਵਾਂਪਨ ਬਖਸ਼ਣ ਵਾਸਤੇ ਪੰਜਾਬੀ ਕਵਿਤਾ ਵਿੱਚ ਨਵੀਆਂ ਲੀਹਾਂ ਅਤੇ ਕਦਰਾਂ ਕੀਮਤਾਂ ਧਾਰਨ ਕਰ ਕੀਤੀਆਂ। ਆਧੁਨਿਕ ਕਵੀਆਂ ਦੀ ਪਹਿਲੀ ਪੀੜ੍ਹੀ ਵਿੱਚ ਭਾਈ ਵੀਰ ਸਿੰਘ ਨੂੰ ਸ਼੍ਰੋਮਣੀ ਪਦਵੀ ਪ੍ਰਾਪਤ ਹੈ। ਭਾਵੇਂ ਉਹ ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਸਨ, ਪਰ ਫਿਰ ਵੀ ਉਹਨਾਂ ਨੇ ਕਈ ਨਵੀਨ ਵਿਸ਼ਿਆਂ ਵਿੱਚ ਆਪਣੀਆਂ ਰਚਨਾਵਾਂ ਲਿਖੀਆਂ ਔਰ ਉਹਨਾਂ ਦਾ ਨਵਾਂ ਖਿਆਲ ਸੀ, ਨਵੀਂ ਸੋਚ ਸੀ ਔਰ ਆਧੁਨਿਕ ਤੌਰ ਤੇ ਉਹਨਾਂ ਨੇ ਜਿਹੜੀਆਂ ਕਵਿਤਾਵਾਂ ਲਿਖੀਆਂ, ਉਹਨਾਂ ਦੀਆਂ ਕਵਿਤਾਵਾਂ ਵਿੱਚ ਅਧਿਆਤਮਵਾਦੀ, ਨਿੱਜੀ ਅਤੇ ਨਿਸ਼ਚੇਵਾਦਕ ਰੰਗ ਵੇਖੇ ਜਾਂਦੇ ਆ। ਉਹਨਾਂ ਨੇ ਛੰਦਾਂ ਨੂੰ ਤਿਲਾਂਜਲੀ ਦੇ ਕੇ ਨਵੀਆਂ ਕਵਿਤਾ ਦੀ ਰਚਨਾ ਕੀਤੀ। ਉਹਨਾਂ ਦੀ ਜਿਹੜੀ ਸੋਚ ਸੀ ਅਧਿਆਤਮਕ ਸੀ। ਪਦਾਰਥਕ ਸੰਸਾਰ ਦੇ ਝਮੇਲਿਆਂ ਤੋਂ ਨਿਕਲੇ ਵਿੱਚ ਪ੍ਰਗਟਾਉਂਦੀ ਹੈ। ਨਿਰਾਲੇ ਰਹਿ ਕੇ ਉਹ ਕਾਦਰ ਤੇ ਕੁਦਰਤ ਦੇ ਜਲਵੇ ਨੂੰ ਹਾਸਲ ਕਰਨ ਦੀ ਤੀਬਰਤਾ ਨਾਲ ਤਾਂਘ ਰੱਖਦੇ ਹਨ। ਉਹਨਾਂ ਦੇ ਵਿਚਾਰਾਂ ਦੀ ਜੜ ਗੁਰੂ ਸਾਹਿਬ ਦੇ ਅਧਿਆਤਮਵਾਦੀ ਫਲਸਫੇ ਵਿੱਚ ਹੈ। ਕਈ ਵਾਰੀ ਉਹ ਸੂਫੀਆਂ ਦੀ ਤਿਆਗ ਅਤੇ ਉਪਗਮਤਾ ਦੀ ਭਾਵਨਾ ਪ੍ਰਗਟ ਕਰਦੇ ਹਨ ਅਤੇ ਸਿੱਖ ਸਿਧਾਂਤ ਦੀ ਸੰਘਰਸ਼ਮਈ ਸੋਚ ਤੋਂ ਪਰੇ ਚਲੇ ਜਾਂਦੇ ਹਨ। ਕੁਦਰਤ ਦੀ ਗੋਦ ਉਹਨਾਂ ਨੂੰ ਆਪਣੀ ਮਾਂ ਦੀ ਗੋਦ ਨਾਲੋਂ ਪਿਆਰੀ ਹੈ। ਨੈਕਸਟ ਆ ਜਾਓ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਸੀ। ਜੇਕਰ ਪ੍ਰਸੰਗ ਸਾਹਿਬ ਵਿਆਖਿਆ ਹੈ, ਇੱਕ ਹੈਗੀ ਸੁਪਨੇ, ਜਿਹੜੇ ਕੰਬ ਦੀ ਕਲਾਈ। ਸੁਪਨੇ ਵਿੱਚ ਤੁਸੀਂ ਮੇਰੇ ਸਾਨੂੰ ਅਸਾਂ ਧਾਗ ਵਕੜੀ ਪਾਈ, ਨਿਰਾਸ਼ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬ ਦੀ ਰਹੀ ਕਲਾਈ। ਇਹ ਉਹਦੀ ਹੈਗੀ ਆ। ਇਹਦੀ ਪ੍ਰਸੰਗ ਸਾਹਿਬ ਵਿਆਖਿਆ ਕਹਿੰਦਾ ਕਿ ਸਭ ਤੋਂ ਪਹਿਲਾਂ ਇਹ ਲਿਖਣਾ ਹੁੰਦਾ ਕਿ ਇਹ ਕਾਵਿ ਟਕਸਾਲ ਕਾਲ ਸੰਗ੍ਰਹਿ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਕੰਬ ਦੀ ਕਲਾਈ ਵਿੱਚੋਂ ਲਿਆ ਗਿਆ ਕਾਵਿ ਟੁੱਟਾ। ਭਾਈ ਵੀਰ ਸਿੰਘ ਨੇ ਇਹਦੇ ਵਿੱਚ ਇਸਤਰੀ ਦੇ ਰੂਪ ਵਿੱਚ ਪਰਮਾਤਮਾ ਨੂੰ ਸੰਬੋਧਨ ਕੀਤਾ ਤੇ ਵਿਆਖਿਆ ਕੀਤੀ ਆ। ਉਹ ਵਿਆਖਿਆ ਤੁਸੀਂ ਖੁਦ ਇੱਥੋਂ ਬਣਾ ਸਕਦੇ ਹੋ ਲਾਈਨਾਂ ਤੋਂ। ਅੱਗੇ ਹੈਗਾ ਬਿਨ ਫਸ਼ਾ ਦਾ ਫੁੱਲ, ਇਹਦੀ ਵੀ ਪ੍ਰਸੰਗ ਸਹਿਤ ਵਿਆਖਿਆ। ਚਸ਼ਮਾ ਇਸ਼ਿਆ ਵੱਲ ਡੂੰਘੀਆਂ ਸ਼ਾਮਾਂ, ਪ੍ਰਸੰਗ ਸਹਿਤ ਵਿਆਖਿਆ। ਵੈਰੀ ਨਾਗ ਦਾ ਪਹਿਲਾ ਝਲਕਾ, ਪ੍ਰਸੰਗ ਸਹਿਤ ਵਿਆਖਿਆ। ਤੁਸੀਂ ਖੁਦ ਕਰਨੀ ਆ ਕਿਉਂਕਿ ਕੋਈ ਵੀ ਲਾਈਨਾਂ ਤੁਹਾਨੂੰ ਆ ਸਕਦੀਆਂ, ਉਹਦੇ ਵਿੱਚ ਤੁਸੀਂ ਉਹਦੀ ਹੀ ਖੁਦ ਹੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ। ਅੱਗੇ ਆ ਗਿਆ ਧਨੀ ਰਾਮ ਚਾਤਰਕ, ਇਹਦਾ ਜੀਵਨ ਤੇ ਰਚਨਾ। ਇਹਦਾ ਜਿਹੜਾ ਕਾਵਿ ਟਕਸਾਲ ਆ ਉਹਦੇ ਵਿੱਚ ਬਹੁਤ ਸਾਰੀਆਂ ਰਚਨਾਵਾਂ ਨੇ। ਇਹਦਾ ਜਨਮ 1876 ਈਸਵੀ ਵਿੱਚ ਲਾਲਾ ਪਾਹੂ ਮੱਲ ਦੇ ਘਰ ਪੱਸੀਆਂ ਵਾਲਾ ਸਿਆਲਕੋਟ ਵਿੱਚ ਹੋਇਆ। ਇਹਦੀ ਜਿਹੜੀ ਆਪ ਭਾਈ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰ ਸੀਗੇ। ਪੜ੍ਹਨ ਲਿਖਣ ਦਾ ਆਪ ਨੂੰ ਸ਼ੌਂਕ ਸੀ। ਤੁਹਾਡੀ ਜ਼ਿਆਦਾ ਕਹਿੰਦਾ ਇਹਦੀ ਵਿੱਦਿਆ ਜ਼ਿਆਦਾ ਨਹੀਂ ਪ੍ਰਾਪਤ ਕੀਤੀ, ਪਰ ਇਹਨੂੰ ਹਿੰਦੀ, ਉਰਦੂ, ਪੰਜਾਬੀ ਤੇ ਅੰਗਰੇਜ਼ੀ ਸਿੱਖੀ। ਇਹਨੇ ਆਪਣਾ ਕੰਮ ਸਿੱਖਣ ਲਈ ਇਹ ਬੰਬਈ ਚਲੇ ਗਏ। ਉੱਥੇ ਇਹਨਾਂ ਆਪਣੀ ਇੱਕ ਟਾਈਪ ਫਾਊਂਡਰੀ ਸਥਾਪਿਤ ਕੀਤੀ ਔਰ ਛਪਾਈ ਦਾ ਕੰਮ ਕੀਤਾ। ਔਰ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਹੈਗਾ ਭਰਥਰੀ ਹਰੀ, ਨਾਲ ਦਮਯੰਤੀ, ਧਰਮਵੀਰ, ਫੁੱਲਾਂ ਦੀ ਟੋਕਰੀ, ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀ ਖਾਨਾ, ਨੂਰ ਜਹਾਂ ਬਾਦਸ਼ਾਹ ਬੇਗਮ। ਇਹਨਾਂ ਦੀ ਪੰਜਾਬੀ ਤੇ ਪੰਜਾਬੀਅਤ ਦਾ ਇਹ ਪ੍ਰਤੀਨਿਧੀ ਕਵੀ ਆ। ਇਹਨੇ ਨਿਰੋਲ ਪੰਜਾਬੀ ਸੱਭਿਆਚਾਰ ਨੂੰ ਆਪਣੀ ਰਚਨਾ ਦਾ ਵਿਸ਼ਾ ਬਣਾਇਆ।
ਇਹਦੀਆਂ ਜਿਹੜੀਆਂ ਕਵਿਤਾਵਾਂ ਉਹਦੇ ਵਿੱਚ ਸਮਾਜਿਕ ਰੰਗ, ਰਸਮਾਂ ਰਿਵਾਜ, ਧਾਰਮਿਕ ਸਹਿਣਸ਼ੀਲਤਾ ਬੜੇ ਸੁਚੱਜੇ ਤੇ ਸ਼ੁੱਧ ਢੰਗ ਨਾਲ ਪੇਸ਼ ਕੀਤੇ ਨੇ। ਅੱਗੇ ਇਹਦੀਆਂ ਹੈਗੀਆਂ ਵਾ ਪ੍ਰਸੰਗ ਸਹਿਤ ਵਿਆਖਿਆ। ਕੋਈ ਵੀ ਇਹਨਾਂ ਦੀ ਅੱਗ ਜਿਵੇਂ ਉਹਦੇ ਵਿੱਚੋਂ ਲਾਈਨਾਂ ਆ ਸਕਦੀਆਂ। ਸੌਣ, ਸੁਖੀ ਜਿਉਣ ਦੀ ਕੁੰਜੀ, ਰਾਧਾ ਸੰਦੇਸ਼, ਇਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਿਸੇ ਵੀ ਕਵਿਤਾ ਦੀ ਆ ਸਕਦੀ। ਇਹਦੇ ਵਿੱਚ ਕੋਈ ਇੰਪੋਰਟੈਂਟ ਵਾਲੀ ਗੱਲ ਨਹੀਂ ਹੈਗੀ, ਕੋਈ ਵੀ ਆ ਸਕਦੀ 10 ਮਾਰਕਸ ਦੀ। ਪ੍ਰਸੰਗ ਸਹਿਤ ਵਿਆਖਿਆ ਜਿਹੜੀ ਕੋਈ ਇੰਨੀ ਔਖੀ ਨਹੀਂ ਹੁੰਦੀ। ਉਹਦੇ ਵਿੱਚ ਆਪਾਂ ਲਾਈਨਾਂ ਪੜ੍ਹਨੀਆਂ, ਉਹਦਾ ਕਵੀ ਲਿਖ ਦੇਣਾ ਕਿਹੜਾ, ਔਰ ਬਾਅਦ ਵਿੱਚ ਉਹਦਾ ਵਿਆਖਿਆ ਕਰ ਦੇਣੀ। ਹੁਣ ਇੱਕ ਇਸ ਤਰ੍ਹਾਂ ਵੀ ਆਉਂਦਾ ਹੁੰਦਾ ਵਾ ਕਿ ਇੱਕ ਵੈਰੀ ਵੈਰੀ ਇੰਪੋਰਟੈਂਟ ਵੈਸੇ ਹੈਗਾ ਜੇ ਸੌਣ ਕਵਿਤਾ ਦਾ ਸਾਰ ਲਿਖੋ। ਸੌਣ ਕਵਿਤਾ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ ਔਰ ਸਾਰ ਤੁਸੀਂ ਖੁਦ ਬਣਾ ਲੈਣਾ। ਉਸ ਤੋਂ ਬਾਅਦ ਸੁਖੀ ਜਿਉਣ ਦੀ ਕੁੰਜੀ, ਇਹਦਾ ਸਾਰ ਵੀ ਆ ਸਕਦਾ ਵਾ। ਔਰ ਨੈਕਸਟ ਹੈਗਾ ਪ੍ਰੋਫੈਸਰ ਪੂਰਨ ਸਿੰਘ ਦਾ ਜੀਵਨ। ਜੇਕਰ ਉਹਨਾਂ ਦਾ ਜੀਵਨ ਪੁੱਛਿਆ ਜਾਵੇ ਤੇ ਉਹਦੀ ਪੰਜਾਬੀ ਨੂੰ ਦੇਣ ਕੀ ਸੀਗੀ। ਇਹਨਾਂ ਦਾ ਜਨਮ ਜਿਹੜਾ ਸੀ ਸਰਦਾਰ ਕਰਤਾਰ ਸਿੰਘ ਦੇ ਘਰ ਐਬਟਾਬਾਦ ਦੇ ਨੇੜੇ ਹੋਇਆ। ਆਪ ਬਚਪਨ ਤੋਂ ਹੀ ਅਲਬੇਲੀ ਤਬੀਅਤ ਦੇ ਮਾਲਕ ਸਨ, ਪਰ ਨਾਲ ਹੀ ਤੀਖਣ ਬੁੱਧੀ ਜਾਣੀ ਕਿ ਇਹਦਾ ਤੇਜ਼ ਦਿਮਾਗ ਸੀ। ਸਿਖਲਾਈ ਅਤੇ ਕਿੱਤੇ ਵਜੋਂ ਇੱਕ ਰਸਾਇਣ ਵਿਗਿਆਨੀ ਜਾਣੀ ਕਿ ਕੈਮਿਸਟਰੀ ਦੇ ਸਾਇੰਸਦਾਨ ਸੀਗੇ, ਜਾਣੀ ਕਿ ਵਿਗਿਆਨਿਕ ਸੀਗੇ, ਸਾਇੰਟਿਸਟ ਹੀ ਕੈਮਿਸਟਰੀ ਦਾ। ਆਪ ਜੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਪਾਤੀ ਕੰਮ ਕੀਤੇ, ਜਾਣੀ ਕਿ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕੀਤੇ। ਕਈ ਧਰਮਾਂ ਨੂੰ ਆਪਣੀ ਜ਼ਿੰਦਗੀ ਦਾ ਨਜ਼ਰੀਆ ਬਣਾ ਕੇ ਪਰਖਿਆ। ਆਪ ਜੀ ਨੇ ਆਪਣੀ ਛੰਦ ਵਿੱਚ ਕਾਵਿ ਰਚਨਾ ਕੀਤੀ ਔਰ ਪੰਜਾਬੀ ਕਵਿਤਾ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਖੁੱਲੇ ਕੁੰਡ, ਖੁੱਲੇ ਮੈਦਾਨ, ਖੁੱਲੇ ਅਸਮਾਨੀ ਰੰਗ, ਇਹਨਾਂ ਰਚਨਾਵਾਂ ਵਿੱਚੋਂ ਇਹਨੂੰ ਆਪਾਂ ਪੰਜਾਬੀ ਕਵਿਤਾ ਦਾ ਦਰਿਆਵਾਂ ਦਾ ਰਵਾਨੀ ਵੀ ਇਹਨੂੰ ਬਖਸ਼ੀ ਗਈ। ਇਹਦੀ ਜਿਹੜੀ ਸ਼ਖਸੀਅਤ ਸੀ ਅਲੌਕਿਕ ਸੀ। ਬਾਕੀ ਤੁਸੀਂ ਖੁਦ ਇਹਨਾਂ ਦੀ ਜੀਵਨ ਪੜ੍ਹਨਾ ਅੱਗੇ ਆ ਗਿਆ। ਇਹਨਾਂ ਦੀਆਂ ਕਵਿਤਾ ਮਾਂ ਦੀ ਨਦਰ, ਇਹਦੀ ਪ੍ਰਸੰਗ ਸਹਿਤ ਵਿਆਖਿਆ। ਜਵਾਨ ਪੰਜਾਬ ਦੇ, ਇਹਦੀ ਪ੍ਰਸੰਗ ਸਹਿਤ ਵਿਆਖਿਆ। ਦੇਸ਼ ਨੂੰ ਅਸੀਸ ਸਾਡੀ ਗਰੀਬਾਂ ਦੀ, ਵੈਰੀ ਵੈਰੀ ਇੰਪੋਰਟੈਂਟ ਜੋ ਇਹ ਵੈਰੀ ਵੈਰੀ ਇੰਪੋਰਟੈਂਟ ਜਿਹਦੇ ਬਾਰੇ ਮੈਂ ਜ਼ਰੂਰ ਤੁਹਾਨੂੰ ਸਲਾਹ ਦੇਵਾਂਗੀ। ਇਹਦਾ ਪ੍ਰਸੰਗ ਸਹਿਤ ਵਿਆਖਿਆ। ਜੀਨ ਤੇਰੀਆਂ ਬੇਰੀਆਂ, ਪ੍ਰਸੰਗ ਸਹਿਤ ਵਿਆਖਿਆ। ਵੈਸੇ ਤੇ ਕੋਈ ਵੀ ਆ ਸਕਦੀ ਬਟ ਉਹ ਜ਼ਿਆਦਾ ਇੰਪੋਰਟੈਂਟ ਸੀ। ਮੇਰਾ ਟੁੱਟਾ ਜਿਹਾ ਗੀਤ, ਪ੍ਰਸੰਗ ਸਹਿਤ ਵਿਆਖਿਆ। ਹੁਣ ਜਿਹੜਾ ਸਾਰ ਆ ਉਹ ਇਹਦੀ ਜਿਹੜੀ ਹੈਗਾ ਨਾ ਮੇਰਾ ਟੁੱਟਾ ਜਿਹਾ ਗੀਤ, ਉਹਦਾ ਜ਼ਿਆਦਾ ਇੰਪੋਰਟੈਂਟ ਵੀ ਸਾਰ। ਔਰ ਇੱਕ ਹੈਗਾ ਜਵਾਨ ਪੰਜਾਬ ਦੇ, ਇਹਨਾਂ ਦੋਨਾਂ ਚੋਂ ਕੋਈ ਇੱਕ ਆ ਜਾਂਦਾ। ਅੱਗੇ ਆ ਗਿਆ ਪ੍ਰੋਫੈਸਰ ਮੋਹਨ ਸਿੰਘ, ਇਹਨਾਂ ਦਾ ਵੀ ਕਾਵਿ ਟਕਸਾਲ ਕਾਵਿ ਸੰਗ੍ਰਹਿ ਵਿੱਚ ਦਰਜ ਆ। ਔਰ ਪ੍ਰੋਫੈਸਰ ਮੋਹਨ ਸਿੰਘ ਦਾ ਜਨਮ 1905 ਈਸਵੀ ਵਿੱਚ ਮਰਦਾਨ ਸੂਬਾ ਸਰਹੰਦ ਵਿਖੇ ਡਾਕਟਰ ਜੋਧ ਸਿੰਘ ਦੇ ਘਰ ਹੋਇਆ। ਮੋਹਨ ਸਿੰਘ ਦਾ ਜੱਦੀ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ ਹੈ। 1933 ਈਸਵੀ ਵਿੱਚ ਮੋਹਨ ਸਿੰਘ ਵਿੱਦਿਆ ਸੰਪੂਰਨ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪ੍ਰੋਫੈਸਰ ਲੱਗੇ। 1939 ਈਸਵੀ ਵਿੱਚ ਨੌਕਰੀ ਛੱਡ ਕੇ ਲਾਹੌਰ ਤੋਂ ਮਾਸਿਕ ਪੱਤਰ ਪੰਜ ਦਰਿਆ ਜਾਰੀ ਕੀਤਾ, ਜਿਹੜਾ ਕਿ ਮਹੀਨੇ ਬਾਅਦ ਇੱਕ ਰਸਾਲੇ ਨਹੀਂ ਛਪਦੇ, ਉਹ ਇਹਨਾਂ ਨੇ ਛਾਪਿਆ ਪੰਜ ਦਰਿਆ। ਕੁਝ ਚਿਰ ਖਾਲਸਾ ਕਾਲਜ ਪਟਿਆਲਾ ਵਿਖੇ ਅਧਿਆਪਨ ਦਾ ਕਿੱਤਾ ਕੀਤਾ। ਉਸ ਤੋਂ ਬਾਅਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਰਹੇ। ਹੁਣ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਸੀ ਉਹ ਕਿਹੜੀਆਂ ਸਾਵੇਂ ਪੱਤਰ, ਕੁਸੰਬੜਾ, ਅਦਵੱਟੇ, ਕੱਚਾ ਸੱਚ, ਆਵਾਜ਼ਾਂ, ਜੰਦਰੇ, ਜਮੀਰ, ਬੂਹੇ, ਏਸ਼ੀਆ ਦਾ ਚੰਦ, ਇਹ ਇਹਨਾਂ ਦੀਆਂ ਸੀਗੀਆਂ ਰਚਨਾਵਾਂ। ਕਹਿੰਦਾ ਇਹਨਾਂ ਦਾ ਜਿਹੜਾ ਇਹਨਾਂ ਵਿੱਚ ਵਿਸ਼ੇਸ਼ ਗੁਣ ਸੀ ਉਹ ਇਹ ਸੀ ਕਿ ਕਲਾ ਕੌਸ਼ਲ ਦੀ ਪੁਖਤਗੀ ਦੇ ਵਿਚਾਰਾਂ ਨੂੰ ਸੁੰਦਰ ਅਤੇ ਸਪਸ਼ਟ ਰੂਪ ਵਿੱਚ ਇਹਨਾਂ ਨੇ ਪੇਸ਼ ਕੀਤਾ। ਇਹ ਪ੍ਰਗਤੀਵਾਦੀ ਸੀ। ਅਮਨ ਦੀ ਲੋਚਾ, ਸਮਾਜਿਕ ਬਰਾਬਰੀ, ਸੁੱਚੀ ਮੁਹੱਬਤ ਵਰਗੇ ਪ੍ਰਭਾਵਸ਼ਾਲੀ ਵਿਸ਼ੇ ਤੇ ਇਹਨਾਂ ਨੇ ਕਵਿਤਾਵਾਂ ਲਿਖੀਆਂ।
ਹੁਣ ਇਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਅੱਜ ਕੋਈ ਆਇਆ ਸਾਡੇ ਵੇਲੇ ਵੈਰੀ ਵੈਰੀ ਇੰਪੋਰਟੈਂਟ ਜੋ ਪ੍ਰਸੰਗ ਸਾਹਿਤ ਵਿਆਖਿਆ ਇਹਦੀ ਆਊਗੀ ਕਿਉਂਕਿ ਪ੍ਰਸੰਗ ਸਾਹਿਤ ਵਿਆਖਿਆ 2 ਜਾਂ 3 4 ਤੇ ਆਉਣੀਆਂ ਹੋਈਆਂ ਦੇਸ਼ ਪਿਆਰ ਪ੍ਰਸੰਗ ਸਾਹਿਤ ਵਿਆਖਿਆ ਦੀ ਵੀ ਤਾਜ ਮਹਿਲ ਪ੍ਰਸੰਗ ਸਾਹਿਤ ਵਿਆਖਿਆ ਟਿਕਾਊ ਪ੍ਰਸੰਗ ਸਾਹਿਤ ਵਿਆਖਿਆ ਅੱਜ ਆਇਆ ਸਾਡੇ ਵੇਲੇ ਜ਼ਿਆਦਾ ਚੰਗੀ ਤਰ੍ਹਾਂ ਕਰ ਲੈਣਾ ਈਜ਼ੀ ਹੈ ਪੇਪਰ ਸਾਰਾ ਤੁਹਾਡਾ ਬਾਰ-ਬਾਰ ਉਹੀ ਲਾਈਨ ਆਈ ਜਾਂਦੀ ਨੈਕਸਟ ਹੈਗਾ ਵਾ ਪ੍ਰਿੰਸੀਪਲ ਤਖਤ ਸਿੰਘ ਪ੍ਰਿੰਸੀਪਲ ਤਖਤ ਸਿੰਘ ਦਾ ਜਿਹੜਾ ਜਨਮ ਸੀ 1914 ਈਸਵੀ ਵਿੱਚ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ ਆਪ ਦੇ ਪਿਤਾ ਦਾ ਨਾਮ ਸਰਦਾਰ ਸੁੰਦਰ ਸਿੰਘ ਸੀ ਆਪ ਨੇ BA BT ਤੱਕ ਵਿੱਦਿਆ ਗ੍ਰਹਿਣ ਕੀਤੀ ਇੱਕ ਸਕੂਲ ਵਿੱਚ ਮੁੱਖ ਅਧਿਆਪਕ ਲੱਗੇ ਆਪ ਦਾ ਛੋਟਾ ਭਰਾ ਕਰਨੈਲ ਸਿੰਘ ਗੋਆ ਦੀ ਸੁਤੰਤਰਤਾ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ ਇਸ ਗੱਲ ਨੇ ਆਪ ਦੇ ਅੰਦਰ ਸੁੱਤੇ ਪਏ ਹੋਏ ਕਵੀ ਨੂੰ ਜਗਾਇਆ ਪਹਿਲੋਂ ਆਪ ਨੇ ਉਰਦੂ ਵਿੱਚ ਕਾਵਿ ਰਚਨਾ ਕੀਤੀ ਪਰੰਤੂ ਫਿਰ ਪੰਜਾਬੀ ਚ ਆ ਗਏ 1994 ਈਸਵੀ ਵਿੱਚ ਇਹਦਾ ਅਕਾਲ ਚਲਾਣਾ ਹੋ ਗਿਆ ਔਰ ਇਹਦੀਆਂ ਪੁਸਤਕਾਂ ਦਾ ਨਾਮ ਹੈਗੇ ਵੰਗਾਰ ਲਿਸ਼ਕੋਰਾ ਕਾਵ ਹਲੂਣੇ ਮੇਰੀ ਗਜ਼ਲ ਯਾਤਰਾ ਹੰਬਲੇ ਅਣਖ ਦੇ ਫੁੱਲ ਮਹਿਕਾ ਪਰਿਸਵੇ ਗਜ਼ਲ ਪੈ ਗਿਆ ਪਹਿਲੀ ਗਜ਼ਲ ਪੈ ਗਿਆ ਇਹ ਇਹਦੀ ਪ੍ਰਸੰਗ ਸਾਹਿਤ ਵਿਆਖਿਆ ਦੂਜੀ ਗਜ਼ਲ ਹੋ ਗਿਆ ਤੀਜੀ ਗਜ਼ਲ ਸ਼ਹਿਰ ਵਿੱਚ ਔਰ ਇਹਨਾਂ ਦੀ ਪ੍ਰਸੰਗ ਸਾਹਿਤ ਵਿਆਖਿਆ ਰਿਹਾ ਹਾਂ ਚੌਥੀ ਗਜ਼ਲ ਹੁਣ ਗਜ਼ਲ ਦੀ ਸਿਰਜਣਾ ਕੀਤੀ ਉਸ ਤੋਂ ਬਾਅਦ ਅੱਗੇ ਆ ਗਿਆ ਅਮਰਤਾ ਗਜ਼ਲ ਕੀ ਹੁੰਦੀ ਆ ਇਹਦਾ ਤੁਸੀਂ ਖੁਦ ਕਰ ਲੈਣਾ ਗਜ਼ਲ ਕੀ ਹੁੰਦੀ ਆ ਚਲੋ ਮੈਂ ਥੋੜਾ ਜਿਹਾ ਤੁਹਾਨੂੰ ਓਵਰਵਿਊ ਦੇ ਦਿੰਨੀ ਆ ਕਹਿੰਦਾ ਇਹ ਵਿਸ਼ੇਸ਼ ਕਾਵਿ ਰੂਪ ਹੈ ਗਜ਼ਲ ਜਿਸ ਦੀ ਸਿਰਜਣਾ ਭਾਰਤੀ ਪਿੰਗਲ ਦੀ ਥਾਂ ਤੇ ਫਾਰਸੀ ਅਰੂਜ ਦੇ ਨਿਯਮਾਂ ਅਨੁਸਾਰ ਹੁੰਦੀ ਹੈ ਅਰੂਜ ਇੱਕ ਵੱਖਰੀ ਤਰ੍ਹਾਂ ਦਾ ਛੰਦ ਸ਼ਸਤਰ ਹੈ ਜਿਹੜਾ ਕਿ ਉਰਦੂ ਦਾ ਹੈ ਜਿਸ ਵਿੱਚ ਅੱਖਰਾਂ ਦੀ ਹਰਕਤ ਅਤੇ ਰੋਕ ਨੂੰ ਆਧਾਰ ਬਣਾ ਕੇ ਅਲੱਗ-ਅਲੱਗ ਬਹਿਰਾਂ ਜਾਂ ਛੰਦਾਂ ਦੀ ਬਣਤਰ ਸਾਹਮਣੇ ਆਉਂਦੀ ਹੈ ਗਜ਼ਲ ਦੇ ਪਹਿਲੇ ਸ਼ੇਅਰ ਨੂੰ ਮਤਲਾ ਕਹਿੰਦੇ ਆ ਜਿਸ ਦੇ ਦੋਵੇਂ ਮਿਸ਼ਰਿਆਂ ਵਿੱਚ ਅਨੁਪਰਾਸ ਦੀ ਸਾਂਝ ਹੁੰਦੀ ਆ ਬਾਕੀ ਦੇ ਸ਼ੇਅਰਾਂ ਵਿੱਚ ਪਹਿਲਾ ਮਿਸ਼ਰਾ ਸੁਤੰਤਰ ਹੁੰਦਾ ਹੈ ਜਦਕਿ ਦੂਜਾ ਮਿਸ਼ਰਾ ਮਤਲੇ ਵਿੱਚ ਦੇ ਅਨੁਪਰਾਸ ਦੇ ਅਨੁਸਾਰ ਹੁੰਦਾ ਹੈ ਇਸ ਅਨੁਪਰਾਸ ਨੂੰ ਜੋ ਕਿ ਆਪਸ ਵਿੱਚ ਟਕਰਾਉਂਦਾ ਹੈ ਕਾਫੀਆਂ ਕਹਿੰਦੇ ਆ ਇਹ ਬਦਲਦਾ ਰਹਿੰਦਾ ਹੈ ਜਿਵੇਂ ਕਿ ਪ੍ਰਿੰਸੀਪਲ ਤਖਤ ਸਿੰਘ ਦੀ ਪਹਿਲੀ ਗਜ਼ਲ ਵਿੱਚ ਸਮੂਣਾ ਹੋਣਾ ਖਲੋਣਾ ਢੋਣਾ ਆਦਿ ਕਾਫੀਆਂ ਹੈ ਜਦਕਿ ਸ਼ੇਅਰਾਂ ਵਿੱਚ ਜੋ ਚੀਜ਼ ਵਾਰ-ਵਾਰ ਉਸੇ ਰੂਪ ਵਿੱਚ ਦੁਹਰਾਈ ਜਾਵੇ ਉਸ ਨੂੰ ਸ਼ਰੀਫ ਰਦੀਫ ਕਹਿੰਦੇ ਆ ਇਸੇ ਗਜ਼ਲ ਵਿੱਚ ਪੈ ਗਿਆ ਅੱਗੇ ਆ ਗਿਆ ਅਮਰਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗੁਜਰਾਂਵਾਲੇ ਵਿਖੇ ਕਰਤਾਰ ਸਿੰਘ ਹਿਤਕਾਰੀ ਦੇ ਘਰ ਹੋਇਆ ਆਪਨੇ 10ਵੀਂ ਤੱਕ ਵਿੱਦਿਆ ਪ੍ਰਾਪਤ ਕੀਤੀ ਆਪਨੇ ਆਪਣੇ ਪਿਤਾ ਦੀ ਦੇਖ ਰੇਖ ਹਿੰਦੀ ਅਤੇ ਸੰਸਕ੍ਰਿਤ ਦਾ ਅਧਿਐਨ ਕੀਤਾ ਕਵਿਤਾ ਵੱਲ ਪ੍ਰੇਰੇ ਜਾਣ ਦਾ ਮੂਲ ਸੋਮਾ ਆਪ ਜੀ ਦੇ ਪਿਤਾ ਸਨ ਜਿਹੜੇ ਆਪ ਨੂੰ ਇੱਕ ਉੱਘੇ ਕਵੀ ਲੇਖਕ ਤੇ ਸੰਪਾਦਕ ਸਨ ਇਹਦਾ ਪਿਤਾ ਵੀ ਕਵੀ ਸੀ ਜਿਹੜੇ ਆਪ 7 ਸਾਲਾਂ ਨਾਗਮਣੀ ਕੱਢਿਆ ਜੋ ਤਿੱਕਰ ਲੰਬਾ ਪੰਧ ਤੈਅ ਕਰਕੇ ਲਗਾਤਾਰ ਚੱਲ ਰਿਹਾ ਹੈ ਆਪ ਦੀ ਸਰਬਾਂਗੀ ਲੇਖਾ ਆਪਣੇ ਨਾਵਲ ਕਹਾਣੀ ਸਵੈ ਜੀਵਨੀ ਅਨੁਵਾਦ ਆਦਿ ਸਭ ਦੇ ਹੱਥ ਅਜਮਾਇਆ ਔਰ ਇਹਦੀਆਂ ਰਚਨਾਵਾਂ ਹੈਗੀਆਂ ਅਮਰਤਾ ਲਹਿਰ ਜਿਉਂਦਾ ਜੀਵਨ ਤਰੇਲ ਧੋਤੇ ਫੁੱਲ ਉਹ ਗੀਤਾਂ ਵਾਲਿਓ ਬੱਦਲਾਂ ਦੇ ਪੱਲੇ ਵਿੱਚ ਸਾਂਝ ਦੀ ਲਾਲੀ ਲੋਕ ਪੀੜ ਪੱਥਰ ਗੀਟੇ ਲੰਮੀਆਂ ਵੱਟਾਂ ਮੈਂ ਤੁਹਾਰੀ ਸਰਗੀ ਵੇਲਾ ਕਸਤੂਰੀ ਨਾਗਮਣੀ ਕਾਗਜ਼ ਤੇ ਕੈਨਵਸ ਸੁਨੇਹੜੇ ਅਸ਼ੋਕਾ ਚੇਤੀ ਇਹ ਸਾਰੀਆਂ ਦੀਆਂ ਇਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਦਾ ਵੀ ਪ੍ਰਸੰਗ ਸਾਹਿਤ ਵਿਆਖਿਆ ਜਿਹੜੀ ਆ ਸਕਦੀ ਹੈ ਮੈਂ ਗੀਤ ਲਿਖਦੀ ਹਾਂ ਪ੍ਰਸੰਗ ਸਾਹਿਤ ਵਿਆਖਿਆ ਅੱਜ ਆਖਾਂ ਵਾਰਿਸ਼ਾਂ ਨੂੰ ਵੈਰੀ ਵੈਰੀ ਇੰਪੋਰਟੈਂਟ ਜਿਹਦਾ ਸਾਰ ਵੀ ਆ ਸਕਦਾ ਹੈ ਔਰ ਇਹਦਾ ਪ੍ਰਸੰਗ ਸਾਹਿਤ ਵਿਆਖਿਆ ਵੀ ਆ ਸਕਦਾ ਅੱਜ ਆਖਾਂ ਵਾਰਿਸ਼ਾਂ ਨੂੰ ਵੈਰੀ ਵੈਰੀ ਇੰਪੋਰਟੈਂਟ ਅਮਰਤਾ ਪ੍ਰੀਤਮ ਦਾ ਡੋਲੀ ਦਾ ਗੀਤ 12ਵਾਂ ਪ੍ਰਸੰਗ ਸਾਹਿਤ ਵਿਆਖਿਆ
ਹੁਣ ਇਹਨਾਂ ਨੇ ਅਮਰਤਾ ਪ੍ਰੀਤਮ ਦੀ ਕਵਿਤਾ 12 ਮਾਹ ਦਾ ਸਾਰ ਪੁੱਛਿਆ। ਅੱਜ ਅੱਖਾਂ ਵਾਲੇ ਸ਼ਾਹ ਨੂੰ ਸਾਰ ਪੁੱਛਿਆ। ਡੋਲੀ ਦਾ ਗੀਤ ਦਾ ਸਾਰ ਵੀ ਆ ਸਕਦਾ, ਬਟ ਜਿਹੜਾ ਹੈਗਾ ਨਾ ਅੱਜ ਅੱਖਾਂ ਵਾਲੇ ਸ਼ਾਹ ਨੂੰ, ਇਹ ਜ਼ਿਆਦਾ ਇੰਪੋਰਟੈਂਟ ਜੋ। ਵੈਸੇ ਵੀ ਕੋਈ ਵੀ ਕਵਿਤਾ ਤੁਸੀਂ ਪੜ੍ਹ ਲਓ ਤੇ ਉਹਦਾ ਸਾਰ ਤੇ ਆਪ ਹੀ ਬਣਾ ਲਈਦਾ, ਇੰਨਾ ਕੋਈ ਔਖਾ ਨਹੀਂ ਆ। ਤਾਂ ਤੁਸੀਂ ਤਿੰਨੋਂ ਹੀ ਪੜ੍ਹ ਸਕਦੇ, ਤਿੰਨੋਂ ਹੀ ਪੜ੍ਹ ਲੈਣਾ, ਕੋਈ ਇੱਕ ਤੇ ਜ਼ਰੂਰ ਆਊਗਾ। ਅਮਰਤਾ ਪ੍ਰੀਤਮ ਵੈਸੇ ਫੇਮਸ ਸੀ, ਨਾਲੇ ਉਹ ਇੱਕ ਲੇਡੀ ਕਵੀ ਸੀਗੀ, ਕਵਿੱਤਰੀ ਸੀ, ਇਸ ਕਰਕੇ ਵੀ ਉਹ ਫੇਮਸ ਆ। ਨੈਕਸਟ ਹੈਗਾ ਵਾ ਹਰਭਜਨ ਸਿੰਘ। ਹਰਭਜਨ ਸਿੰਘ ਦਾ ਜਨਮ ਲਮਡਿੰਗ, ਅਸਾਮ ਵਿਖੇ ਸਰਦਾਰ ਰੀਡਾ ਸਿੰਘ ਦੇ ਘਰ 1920 ਈਸਵੀ ਨੂੰ ਹੋਇਆ। ਆਪ ਜੀ ਦਾ ਜੱਦੀ ਪਿੰਡ ਤਰਨ ਤਾਰਨ ਦੇ ਕੋਲ ਹੈ। ਆਪ ਜੀ ਨੇ MA ਅੰਗਰੇਜ਼ੀ ਤੇ ਹਿੰਦੀ ਅਤੇ PhD ਦੀ ਡਿਗਰੀ ਪ੍ਰਾਪਤ ਕੀਤੀ। ਆਪ ਜੀ ਕਾਫੀ ਚਿਰ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੈਸਰ ਦੇ ਤੌਰ ਤੇ ਕੰਮ ਕਰਦੇ ਹੋਏ ਰਿਟਾਇਰ ਹੋਏ। ਆਪ ਨੇ ਪੰਜਾਬੀ ਆਲੋਚਨਾ ਤੇ ਕਵਿਤਾ ਦੇ ਖੇਤਰ ਵਿੱਚ ਨਾਲੋਂ ਨਾਲ ਹੀ ਅਤਿਅੰਤ ਮਹੱਤਵਪੂਰਨ ਦੇਣ ਦਿੱਤੀ। ਲਾਸ਼ਾਂ, ਇਹ ਉਹਨਾਂ ਦੀਆਂ ਕਾਵਿ ਰਚਨਾਵਾਂ ਨੇ। ਲਾਸ਼ਾਂ, ਤਾਰ ਤੁੱਕਾ, ਮੱਥਾ ਦੀਵੇ ਵਾਲਾ, ਮਹਿਕਾਂ ਜਿੰਦਰੇ ਨਾ ਮਾਰੀ, ਅਲਵਿਦਾ ਤੋਂ ਪਹਿਲਾਂ, ਮਾਵਾਂ ਧੀਆਂ, ਅਧਰੈਣੀ, ਸੜਕ ਦੇ ਸਫ਼ੇ ਉੱਤੇ, ਨਾ ਧੁੱਪੇ ਨਾ ਛਾਵੇਂ, ਨਿਕਸੁਕ, ਮੈਂ ਜੀ ਬੀਤ ਗਿਆ, ਮੇਰੀ ਕਾਵਿ ਯਾਤਰਾ, ਅਲਫ ਦੁਪਹਿਰ, ਟੁੱਕੀਆਂ ਜੀਭਾਂ ਵਾਲੇ, ਰੁੱਖ ਤੇ ਰਿਸ਼ੀ, ਚੌਥੇ ਦੀ ਉਡੀਕ, ਇਹ ਸਾਰੀਆਂ ਇਹਨਾਂ ਦੀਆਂ ਰਚਨਾਵਾਂ ਸੀ। ਭਰੀ ਸੁਗੰਧੀਆਂ ਹੂੰ ਕੌਣ, ਇਹਦਾ ਹੈਗਾ ਵਾ ਪ੍ਰਸੰਗ ਸਹਿਤ ਵਾਕਿਆ। ਮੇਰਾ ਬਚਪਨ, ਪਲ ਕੇ ਮੈਂ ਮਰ ਜਾਣਾ, ਵੈਰੀ ਵੈਰੀ ਇੰਪੋਰਟੈਂਟ। ਗੀਤ ਬਿਨਾਂ ਨਾ ਜੀਵਾਂ, ਪ੍ਰਸੰਗ ਸਹਿਤ ਵਿਆਖਿਆ। ਔਰ ਇਹਨਾਂ ਦੀ ਭਰੀ ਸੁਗੰਧੀਆਂ ਪਾਉਣ ਦਾ ਸਾਰ। ਅੱਗੇ ਆ ਗਿਆ ਸ਼ਿਵ ਕੁਮਾਰ ਬਟਾਲਵੀ, ਸਾਰਿਆਂ ਨੂੰ ਪਤਾ ਬਟਾਲੇ ਦਾ ਰਹਿਣ ਵਾਲਾ ਸੀ। ਔਰ ਇਹਦਾ ਜਨਮ ਜਿਹੜਾ ਸੀ ਕ੍ਰਿਸ਼ਨ ਗੋਪਾਲ ਦੇ ਘਰ ਸਿਆਲਕੋਟ ਵਿੱਚ ਹੋਇਆ। ਔਰ ਬਾਅਦ ਵਿੱਚ ਜਿਹੜਾ ਦੇਸ਼ ਵੰਡ ਹੋਈ ਸੀ, ਉਸ ਤੋਂ ਬਾਅਦ ਇਹ ਪਾਕਿਸਤਾਨ ਤੋਂ ਬਟਾਲੇ ਆ ਗਿਆ, ਜ਼ਿਲ੍ਹਾ ਗੁਰਦਾਸਪੁਰ, ਇਸ ਕਰਕੇ ਇਹਨੂੰ ਬਟਾਲਵੀ ਕਿਹਾ ਜਾਂਦਾ। ਇਹਦੀਆਂ ਇਹਦੀ ਜਿਹੜੀ FSC ਤੱਕ ਵਿੱਦਿਆ ਪ੍ਰਾਪਤ ਕੀਤੀ। ਇਹਦੀਆਂ ਕਾਵਿ ਰਚਨਾਵਾਂ ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀ ਆਹੀ, ਬਿਰਹਾ ਨੂੰ ਸੁਲਤਾਨ, ਲੂਣਾ, ਮੈਂ ਤੇ ਮੈਂ ਆਰਤੀ। ਇਹਦੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਦਰਦ ਨਾਲ ਭਰੀਆਂ ਹੋਈਆਂ ਨੇ। ਇਹਨੇ ਦਰਦ ਵਿੱਚ ਹੀ ਸਾਰੀਆਂ, ਜਿਵੇਂ ਰੁੱਖ ਦੀ ਬਹੁਤ ਇੰਪੋਰਟੈਂਟ ਰਚਨਾ ਵਾ। ਇਹਦਾ ਤੁਹਾਨੂੰ ਪ੍ਰਸੰਗ ਵਿਆਖਿਆ ਆ ਸਕਦੀ ਆ। ਧਰਮੀ ਬਾਬਲਾ। ਨੈਕਸਟ ਹੈਗਾ ਲੂਣਾ ਵੀ ਇਹਦਾ ਬਹੁਤ ਵਧੀਆ ਕਾਵਿ, ਬਹੁਤ ਹੀ ਵਧੀਆ ਆ ਲੂਣਾ ਹੈ। ਤੇ ਜਿਹਦੇ ਵਿੱਚ ਲੂਣਾ ਦਾ ਵਿਆਹ ਇੱਕ ਰਾਜੇ ਨਾਲ ਛੋਟੀ ਉਮਰ 'ਚ ਕਰ ਦਿੰਦੀ ਉਹਦਾ ਵਿਆਹ। ਔਰ ਬਾਅਦ ਵਿੱਚ ਫਿਰ ਆਪਣੇ ਉਹਦੇ ਸੰਬੰਧ ਵਿੱਚ ਇਹਨੇ ਲਿਖੀਆਂ ਕਵਿਤਾਵਾਂ। ਆਰਤੀ, ਰੁੱਖ ਤੇ ਲੂਣਾ, ਇਹਦਾ ਤੁਸੀਂ ਜ਼ਰੂਰ ਤਿਆਰ ਕਰ ਲਿਓ। ਰੁੱਖ ਵੈਸੇ ਮੈਂ ਤਾਂ ਬਹੁਤ ਵਾਰ ਲਿਖਿਆ, ਰੁੱਖ ਹੀ ਆਉਂਦਾ ਵਾ। ਬਾਕੀ ਸਾਰੇ ਇਹਨਾਂ ਸ਼ਿਵ ਕੁਮਾਰ ਬਟਾਲਵੀ, ਧਰਮੀ ਬਾਬਲਾ ਦਾ ਸਾਰ, ਔਰ ਲੂਣਾ ਕਵਿਤਾ ਦਾ ਸਾਰ। ਜੇਕਰ ਰੁੱਖ ਦਾ ਪ੍ਰਸੰਗ ਸਹਿਤ ਵਿਆਖਿਆ ਹੋਊਗੀ ਤੇ ਇਟ ਮੀਨਸ ਕਿ ਲੂਣਾ ਜਿਹੜੀ ਕਵਿਤਾ ਵਾ ਉਹਦਾ ਸਾਰ ਆਊਗਾ। ਇੱਥੇ ਤੁਹਾਡੀ ਇਹ ਬੁੱਕ ਜਿਹੜੀ ਆ ਖਤਮ ਹੋ ਜਾਂਦੀ। ਓਕੇ, ਬਾਏ ਬਾਏ, ਥੈਂਕ ਯੂ।